ਜੇ ਪੰਜਾਬ ਦਾ ਇੱਕ ਬਿਊਰੋਕਰੈਟ ਇਹ ਕਹਿ ਰਿਹਾ ਹੈ, ਮੈਨੂੰ ਲੱਗਦਾ ਵੀ ਚੀਫ ਸਕੱਤਰ ਦੇ ਅਹੁਦੇ ਤੇ ਕਿਉਂ ਬੈਠੇ, ਇਹ ਵੀ ਵੱਡਾ ਸਵਾਲ ਹੋਣਾ ਚਾਹੀਦਾ ਜੇ ਇਸ ਤਰੀਕੇ ਦੇ ਲੌਜਿਕ ਹੀ ਅਫਸਰਾਂ ਨੇ ਕੱਢ ਕੇ ਲੈਣੇ। ਜੇ ਚੀਫ ਸਕੱਤਰ ਨੂੰ ਇਹ ਨਹੀਂ ਪਤਾ ਕਿ ਪੰਜਾਬ ਦਾ ਇਸ ਵਕਤ ਅਰਥਚਾਰਾ ਕਿੱਥੇ ਖੜਾ ਹੈ, ਜੇ ਚੀਫ ਸਕੱਤਰ ਨੂੰ ਇਹ ਨਹੀਂ ਪਤਾ ਕਿ ਪੰਜਾਬ ਦੇ ਸਿਰ ਉੱਤੇ 3 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਹੈ, ਇਹ ਉਹੀ ਕਰਜ਼ਾ ਜਿਸ ਨੂੰ ਕਿ ਤੁਸੀਂ ਹੋਰ ਪਾਰਟੀਆਂ ਦੀ ਸਰਕਾਰਾਂ ਨੇ ਤੁਹਾਡੇ ਸਿਰ ਉੱਤੇ ਲੱਦਿਆ, ਤੇ ਤੁਸੀਂ ਇਸ ਤਰੀਕੇ ਦੇ ਬੇਫਜ਼ੂਲ ਖਰਚੇ ਕਰਕੇ, ਉਹ ਵੀ ਹੋਰ ਰਾਜਾਂ ਦੇ ਵਿੱਚ, ਪੰਜਾਬ ਦੇ ਵਿੱਚ ਇਹ ਇਕੱਲੀ ਇਹੀ ਸਰਕਾਰ ਨਹੀਂ ਹੈ ਤੇ ਇਹੀ ਬਿਊਰੋਕਰੈਟ ਨਹੀਂ ਹੈ। ਇਸ ਤੋਂ ਪਹਿਲਾਂ ਵੀ ਲਚੀਲੇ ਬਿਊਰੋਕਰੈਟਸ ਤੇ ਲਚੀਲੇ ਅਫਸਰਸ਼ਾਹ, ਲਚੀਲੇ ਪੁਲਿਸ ਅਫਸਰਾਂ ਦੀ ਇੱਕ ਬੜੀ ਵੱਡੀ ਲੈਗੇਸੀ ਹੈ ਪੰਜਾਬ ਦੇ ਵਿੱਚ, ਜਿਸ ਨੇ ਪੰਜਾਬ ਦਾ ਬਹੁਤ ਵੱਡਾ ਪੱਠਾ ਬਿਠਾਇਆ ਹੈ। ਮੁਹੱਲਾ ਕਲੀਨਿਕ ਦੇ ਪ੍ਰਚਾਰ ਫੰਡਾਂ ਨੂੰ ਲੈ ਕੇ ਹੁਣ ਅਫਸਰਸ਼ਾਹੀ ਤੇ ਸਰਕਾਰ ਆਮੋ ਸਾਹਮਣੇ ਹਨ। ਲਗਾਤਾਰ 6ਵਾਂ ਅਫਸਰ ਦੀ ਤਬਾਦਲਾ ਕੀਤਾ ਗਿਆ ਕਿਉਂਕਿ ਉਹਨਾਂ ਨੇ ਜਿਹੜੇ ਪ੍ਰਚਾਰ ਫੰਡ, ਹਰ ਮਹਿਕਮੇ ਕੋਲੇ ਪ੍ਰਚਾਰ ਫੰਡ ਹੁੰਦਾ ਹੈ, ਉਹ ਕਿਸੇ ਹੋਰ ਥਾਵੇਂ ਵਰਤਣ ਵਾਸਤੇ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ ਮੈਂ ਸਾਈਨ ਨਹੀਂ ਕਰੂੰਗਾ, ਇਸ ਤੋਂ ਬਾਅਦ ਕੀ ਤਬਾਦਲਾ ਕਰ ਦਿੱਤਾ ਜਾਂਦਾ ਹੈ। ਪਰ ਬੋਨ ਆਫ ਕੰਟੈਂਸ਼ਨ ਲਈ ਮੁਹੱਲਾ ਕਲੀਨਿਕਸ ਦਾ ਜਿਹੜਾ ਪ੍ਰਚਾਰ ਕਰਨਾ ਸੀ ਵੀ ਕਿਸ ਤਰ੍ਹਾਂ ਪੰਜਾਬ ਦੇ ਅੰਦਰ 10 ਕਰੋੜ ਰੁਪਇਆ ਲੈ ਕੇ ਫੰਡ ਲੈ ਕੇ ਉਹ ਬਣਾਏ ਗਏ ਨੇ। ਅੱਜ ਇਸੇ ਮੁੱਦੇ ਉੱਤੇ ਗੱਲਬਾਤ ਕਰਾਂਗੇ। ਮੈਂ ਤੁਹਾਡਾ ਹੋਸਟ ਸ਼ੁਭਕਰਮਨ ਸਿੰਘ ਢਾਲੀਵਾਲ, ਮੇਰੇ ਨਾਲ ਨੇ ਰਿਤੇਸ਼ ਲੱਖੀ ਜੀ। ਰਿਤੇਸ਼ ਜੀ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਸ਼ੁਭਕਰਮਨ ਜੀ। ਰਿਤੇਸ਼ ਜੀ, ਲੜੀ 6ਵਾਂ ਤਬਾਦਲਾ ਜਿਸ ਦੇ ਅੰਦਰ ਇੱਕ ਵਾਰ ਲੱਗ ਰਿਹਾ ਤਾਂ ਆਈਐਸ ਦੇ ਉੱਤੇ ਪਰਚਾ ਹੁੰਦਾ, ਉਸ ਤੋਂ ਬਾਅਦ ਜਿਹੜਾ ਰੇੜਕਾ ਬਣਦਾ ਹੈਗਾ ਸਰਕਾਰ ਤੇ ਅਫਸਰਸ਼ਾਹੀ ਵਿੱਚ। ਪਰ ਜਿਹੜਾ ਇੱਕ ਬਿਹਾਈਂਡ ਦ ਸੀਨਸ ਜਿਹੜਾ ਇੱਕ ਹੋਰ ਜਿਹੜਾ ਕਹਿ ਲਓ ਰੇੜਕਾ ਚੱਲ ਰਿਹਾ ਹੈਗਾ, ਉਹ ਹੈਗਾ ਵੀ ਸਾਈਨ ਨਾ ਕਰਨ ਦੇ। ਜਿਹੜੇ ਪ੍ਰਚਾਰ ਫੰਡਾਂ ਨੂੰ ਲੈ ਕੇ ਜਿਹੜੇ ਅਫਸਰ ਕਹਿ ਰਹੇ ਵੀ ਅਸੀਂ ਸਾਈਨ ਨਹੀਂ ਕਰਾਂਗੇ, ਵੀ ਪੰਜਾਬ ਦਾ ਪੈਸਾ ਪੰਜਾਬ 'ਚ ਯੂਜ਼ ਕੀਤਾ ਜਾਵੇ, ਨਾ ਕਿ ਹੋਰ ਸਟੇਟਾਂ 'ਚ ਪ੍ਰਚਾਰ ਕਰਨ ਵਾਸਤੇ। ਦੇਖੋ ਜੀ, ਇਹ ਮੁੱਦਾ ਪੁਰਾਣਾ ਮੁੱਦਾ ਹੈ ਕਿਉਂਕਿ ਫਿਰ ਇੱਕ ਵਾਰ ਦੁਬਾਰਾ ਉੱਪਰ ਪੈਂਦਾ ਹੈ। 15 ਅਗਸਤ ਨੂੰ ਤੁਹਾਨੂੰ ਯਾਦ ਹੋਏਗਾ ਬੀਤੇ ਸਾਲ ਇੱਕ ਬਹੁਤ ਹੀ ਐਂਬੀਸ਼ੀਅਸ ਜਿਹੜਾ ਪੰਜਾਬ ਸਰਕਾਰ ਦਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁਹੱਲਾ ਕਲੀਨਿਕਸ ਦਾ ਜਿਹੜਾ ਪ੍ਰੋਗਰਾਮ ਸੀ, ਉਸ ਦੀ ਸ਼ੁਰੂਆਤ ਕੀਤੀ ਜਾਂਦੀ ਹੈ। ਸੋ ਉਸ ਵਕਤ ਵੀ ਇਹ ਚਰਚਾਵਾਂ ਹੋਈਆਂ, ਸਵਾਲ ਹੋਏ। ਹਾਲਾਂਕਿ ਮੁਹੱਲਾ ਕਲੀਨਿਕਸ ਦੀ ਜਿਹੜੀ ਅਪਗ੍ਰੇਡੇਸ਼ਨ ਲਈ ਬੇਸਿਕਲੀ ਤਾਂ ਉਸ ਵਕਤ ਰੌਲਾ ਇਹ ਚੱਲਦਾ ਸੀ ਕਿ ਜਿਹੜੀ ਸਾਬਕਾ ਸਰਕਾਰਾਂ ਦੇ ਸਮਿਆਂ ਦੇ ਉੱਤੇ ਜਿਹੜੇ ਸੁਵਿਧਾ ਕੇਂਦਰ ਖੋਲੇ ਗਏ ਸਨ, ਸੰਪਰਕ ਕੇਂਦਰ ਖੋਲੇ ਗਏ ਸਨ, ਉਹਨਾਂ ਕੇਂਦਰਾਂ ਨੂੰ ਹੀ ਰੈਨੋਵੇਟ ਜਿਹਾ ਕਰਕੇ ਮੁਹੱਲਾ ਕਲੀਨਿਕਸ ਦੇ ਵਿੱਚ ਤਬਦੀਲ ਕਰਤਾ ਗਿਆ। ਉਸ ਵਕਤ ਇੱਕ ਸਵਾਲ ਇਹ ਵੱਡਾ ਸੀ ਕਿ ਜਿਹੜੇ ਪੰਜਾਬ ਦਾ ਐਗਜ਼ਿਸਟਿੰਗ ਸਿਹਤ ਮਹਿਕਮੇ ਦਾ, ਹਸਪਤਾਲਾਂ ਦਾ, ਪ੍ਰਾਇਮਰੀ ਹੈਲਥ ਸੈਂਟਰਸ ਦਾ, ਬਲਾਕ ਲੈਵਲ ਦੇ ਉੱਤੇ, ਜ਼ਿਲ੍ਹੇ ਲੈਵਲ ਦੇ ਉੱਤੇ ਤੇ ਉਸ ਤੋਂ ਥੱਲੜੇ ਲੈਵਲ ਦੇ ਉੱਤੇ ਜਿਹੜਾ ਇੱਕ ਇਨਫਰਾਸਟਰਕਚਰ ਪਿਆ ਹੈ, ਜੋ ਕਿ ਆਪਾਂ ਕਹਿ ਸਕਦੇ ਕਿ ਖੰਡਰਨੁਮਾ ਇਮਾਰਤਾਂ ਬਣੀਆਂ ਹੋਈਆਂ ਨੇ, ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਵਰਤਿਆ ਨਹੀਂ ਜਾ ਪਾ ਰਿਹਾ। ਉਸ ਦੀ ਸਾਂਭ ਸੰਭਾਲ ਕਰਨ ਜਾਂ ਉਹਨਾਂ ਦੇ ਵਿੱਚ ਕੋਈ ਬਿਹਤਰੀ ਕਰਨ ਜਾਂ ਉਹਨਾਂ ਦੇ ਵਿੱਚ ਕੋਈ ਡਿਵੈਲਪਮੈਂਟ ਕਰਕੇ ਉਹਨਾਂ ਨੂੰ ਰੀਮੋਡਲ ਕਰਕੇ ਕੋਈ ਚੰਗਾ, ਚਾਹੇ ਉਹਦਾ ਨਾਂ ਤੁਸੀਂ ਮੁਹੱਲਾ ਕਲੀਨਿਕ ਦੇ ਸਕਦੇ ਹੋ, ਉਸ ਨੂੰ ਬਣਾਉਣ ਦੀ ਬਜਾਏ ਕਿਉਂ ਸੁਵਿਧਾ ਕੇਂਦਰਾਂ ਨੂੰ ਜਾਂ ਸੰਪਰਕ ਜਿਹੜੇ ਕੇਂਦਰ ਸੀਗੇ ਸੇਵਾਵਾਂ ਲਈ ਬਣਾਏ ਗਏ ਸੀਗੇ। ਰਾਈਟ ਟੂ ਸਰਵਿਸ ਜਿਹੜਾ ਐਕਟ ਹੈ, ਉਸ ਤਹਿਤ ਇਹ ਕਿਹਾ ਗਿਆ ਸੀ ਕਿ ਹਰ ਪਿੰਡ ਦੇ ਲੈਵਲ ਦੇ ਉੱਤੇ ਵੀ ਇਸ ਤਰੀਕੇ ਦੇ ਖੋਲੇ ਜਾਣਗੇ, ਕਲਸਟਰ ਦੇ ਵਿੱਚ ਜਿਹੜੇ ਸਰਵਿਸ ਸੈਂਟਰ ਖੋਲੇ ਜਾਣਗੇ। ਸੋ ਉਹਨਾਂ ਨੂੰ ਬਾਅਦ ਦੇ ਵਿੱਚ ਮੁਹੱਲਾ ਕਲੀਨਿਕ ਦੇ ਵਿੱਚ ਜਦੋਂ ਤਬਦੀਲ ਕੀਤਾ ਗਿਆ ਤਾਂ ਸਵਾਲ ਉਸ ਵਕਤ ਉੱਠੇ। ਲੇਕਿਨ ਹੁਣ ਦਾ ਜਿਹੜਾ ਤਾਜ਼ਾ ਵਿਵਾਦ ਹੈ, ਉਸ ਦੇ ਵਿੱਚ ਜਿਵੇਂ ਕਿ ਅਖਬਾਰਾਂ ਦੇ ਵਿੱਚ ਆਪਾਂ ਸਭ ਨੇ ਪੜ੍ਹਿਆ ਹੈ, ਵਿਰੋਧੀ ਧਿਰਾਂ ਨੇ ਵੀ ਨਿਸ਼ਾਨੇ ਲਾਏ ਹੈਗੇ ਨੇ ਸਰਕਾਰ ਉੱਤੇ ਕਿ ਤੁਸੀਂ 10 ਕਰੋੜ ਰੁਪਏ ਦੇ ਜਿਹੜੇ 27 ਜਨਵਰੀ ਨੂੰ 500 ਮੁਹੱਲਾ ਕਲੀਨਿਕ ਸ਼ੁਰੂ ਕਰਨ ਵਾਲੇ ਹੋ, 10 ਕਰੋੜ ਰੁਪਏ ਦਾ ਖਰਚਾ ਉਹਨਾਂ ਦੀ ਰੈਨੋਵੇਸ਼ਨ ਤੇ ਆਏਗਾ। ਪਹਿਲਾਂ ਤਾਂ ਇਸ ਜਿਹੜੇ ਖਰਚੇ ਨੂੰ ਫਜ਼ੂਲ ਖਰਚੀ ਕਿਉਂ ਨਾ ਮੰਨਿਆ ਜਾਵੇ, ਜਦੋਂ ਕਿ ਪੰਜਾਬ ਦਾ ਹੈਲਥ ਇਨਫਰਾਸਟਰਕਚਰ ਅਜੇ ਵੀ ਸ਼ੈਂਬਲਸ ਦੇ ਵਿੱਚ ਪਿਆ, ਜਿਹਨੂੰ ਕਿ ਸਹੀ ਕਰਨ ਦੀ, ਦਰੁਸਤ ਕਰਨ ਦੀ ਲੋੜ ਹੈ। ਉਹ ਪੈਸਾ ਉਧਰ ਕਿਉਂ ਨਹੀਂ ਲਾਇਆ ਗਿਆ? ਠੀਕ ਹੈ, ਤੁਸੀਂ ਲੇਬਲਿੰਗ ਕਰਨੀ ਸੀ, ਆਪਣਾ ਜੋ ਕਹਿੰਦੇ ਵੀ ਬ੍ਰਾਂਡ ਚਿਪਕਾਉਣਾ ਸੀ, ਸਟicker ਚਿਪਕਾਉਣੇ ਸੀ, ਉਹ ਤਾਂ ਬਿਲਡਿੰਗਾਂ ਦੇ ਉੱਤੇ ਵੀ ਲੱਗ ਸਕਦੇ ਸੀ, ਉਹਨਾਂ ਨੂੰ ਵੀ ਮੁਹੱਲਾ ਕਲੀਨਿਕ ਕਿਹਾ ਜਾ ਸਕਦਾ ਸੀ। ਲੇਕਿਨ ਹੁਣ ਸਵਾਲ ਹੈ ਕਿ ਇਹਨਾਂ ਦੇ ਉੱਤੇ 30 ਕਰੋੜ ਦਾ ਖਰਚਾ, ਉਹ ਵੀ ਦੱਖਣੀ ਭਾਰਤ ਦੇ ਹੋਰ ਸੂਬਿਆਂ ਦੇ ਅਖਬਾਰਾਂ ਦੇ ਵਿੱਚ ਦਿੱਤੇ ਜਾਣ ਵਾਲੇ ਇਸ਼ਤਿਹਾਰਾਂ ਦੇ ਰੂਪ ਵਿੱਚ ਕਿੰਨਾ ਕੁ ਜਾਇਜ਼ ਹੈ? 10 ਕਰੋੜ ਰੁਪਇਆ ਦੀ ਲਾਗਤ ਦੇ ਨਾਲ ਜਾਂ ਪੈਸੇ ਦੇ ਖਰਚੇ ਦੇ ਨਾਲ ਇਹ ਮੁਹੱਲਾ ਕਲੀਨਿਕ ਤਿਆਰ ਹੋਣਗੇ, ਲੇਕਿਨ 30 ਕਰੋੜ ਰੁਪਇਆ ਤੁਸੀਂ ਇਸ਼ਤਿਹਾਰਬਾਜ਼ੀ ਉੱਤੇ ਆਪਣੀ ਹਵਾ ਜਿਹੜੀ ਬਣਾਉਣੀ ਹੈ ਉਸ ਨੂੰ ਬਣਾਉਣ ਲਈ ਲਾ ਰਹੇ ਹੋ। ਤੇ ਉਸ ਤੋਂ ਉੱਤੇ ਔਨ ਟਾਪ ਆਫ ਇਟ ਜਿਹੜੇ ਵੀ ਅਫਸਰਾਂ ਨੇ ਇਸ ਉੱਤੇ ਕਿੰਤੂ ਪਰੰਤੂ ਕੀਤਾ ਜਾਂ ਅੰਦਰ ਖਾਤੇ, ਉਹਨਾਂ ਨੇ ਇਸ ਚੀਜ਼ ਨੂੰ ਮਨਜ਼ੂਰੀ ਨਹੀਂ ਦਿੱਤੀ। ਸਿਹਤ ਸਕੱਤਰ ਜਿਹੜੇ ਅਜੇ ਕੁਮਾਰ ਸ਼ਰਮਾ ਦਾ ਨਾਂ ਆ ਰਿਹਾ ਹੈ, ਜਿਨ੍ਹਾਂ ਨੂੰ ਟ੍ਰਾਂਸਫਰ ਕਰਤਾ ਗਿਆ ਹੈ। ਇਹ ਵੀ ਕਿਹਾ ਗਿਆ ਹੈ ਕਿ ਉਹਨਾਂ ਦੇ ਖਿਲਾਫ ਕੋਈ ਵਿਭਾਗੀ ਜਾਂਚ ਵਗੈਰਾ ਹੈ, ਕੁਝ ਟੈਂਡਰ ਅਲਾਟ ਕਰਨ ਦੇ ਕੇਸ ਦੇ ਵਿੱਚ, ਉਹ ਵੀ ਹੁਣ ਸ਼ਾਇਦ ਆਰਡਰ ਕੀਤੀ ਜਾਏਗੀ। ਲੇਕਿਨ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਜਿਸ ਤਰੀਕੇ ਦੇ ਨਾਲ ਖਰਚੇ ਕਰਨਾ ਚਾਹ ਰਹੀ ਹੈ, ਜਾਂ ਪਾਰਟੀ ਕਰਾਦਰ ਕਹਿ ਸਕਦੀ ਆਮ ਆਦਮੀ ਪਾਰਟੀ ਦੇ ਕੁਝ ਅਜਿਹੇ ਫੰਕਸ਼ਨਰੀਜ਼ ਹੈਗੇ ਨੇ ਜੋ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਹੋ ਰਹੇ ਕੰਮਾਂ ਨੂੰ ਹੋਰ ਰਾਜਾਂ ਦੇ ਵਿੱਚ ਵਧਾ ਚੜਾ ਕੇ ਦਿਖਾਓ, ਤੇ ਉਹਦੇ ਲਈ ਘੱਟੋ ਘੱਟ ਐਡਵਰਟੀਜ਼ਮੈਂਟ ਦੇ ਫੰਡਾਂ ਤੇ ਕੋਈ ਤੁਸੀਂ ਰੋਕ ਨਾ ਲਾਓ, ਕੋਈ ਤੁਸੀਂ ਵਾਧਾ ਨਾ ਕ੍ਰੀਏਟ ਕਰੋ। ਸੋ ਉਹੀ ਹੁਣ ਪੂਰਾ ਦਾ ਪੂਰਾ ਕਲੇਸ਼ ਹੈ। ਲੇਕਿਨ ਇਹਦੇ ਵਿੱਚ ਪੰਜਾਬ ਦੇ ਖਜ਼ਾਨੇ ਦੀ ਜਿਹੜੀ ਦੁਰਵਰਤੋਂ ਹੋ ਰਹੀ ਹੈ, ਸਰਕਾਰੀ ਜਿਹੜਾ ਖਜ਼ਾਨਾ ਹੈ, ਉਸ ਦੇ ਨਾਲ ਉਸਦਾ ਜਿਹੜਾ ਹਰਜਾ ਹੋ ਰਿਹਾ ਹੈ,
ਇਸ ਲਈ ਸਵਾਲ ਸਰਕਾਰ ਦੀ ਜਵਾਬਦੇਹੀ ਬਣਦੀ ਹੈ ਤੇ ਇਹ ਜਵਾਬ ਖੁਦ ਦੇਣੇ ਚਾਹੀਦੇ ਨੇ ਕਿ ਉਹ ਸਰਕਾਰ ਜੋ ਕਿ ਆਪਣੇ ਆਪ ਨੂੰ ਆਮ ਆਦਮੀ ਦੀ ਸਰਕਾਰ ਕਹਿੰਦੀ ਹੈ, ਜੋ ਕਿ ਸਧਾਰਨਤਾ ਜਾਂ ਆਪਾਂ ਕਹਿ ਸਕਦੇ ਕਿ ਇੱਕ ਆਰਡੀਨਰੀ ਲੈਵਲ ਦੇ ਉੱਤੇ ਸਿਸਟਮਸ ਨੂੰ ਬਿਹਤਰ ਕਰਨ ਲਈ ਸੱਤਾ ਦੇ ਵਿੱਚ ਆਉਂਦੀ ਹੈ, ਉਸ ਨੂੰ ਇੰਨੀ ਇਸ਼ਤਿਹਾਰਬਾਜ਼ੀ, ਜੁਮਲੇਬਾਜ਼ੀ ਤੇ ਦਿਖਾਵੇਬਾਜ਼ੀ ਦੀ ਕੀ ਲੋੜ ਪਈ ਹੈ। ਹੁਣ ਇਹ ਸਵਾਲ ਇਸ ਸਰਕਾਰ ਦੇ ਉੱਤੇ ਉੱਠਣੇ ਸ਼ੁਰੂ ਹੋ ਚੁੱਕੇ ਨੇ। ਜੀ ਤੇ ਜੀ ਜਿੱਥੇ ਤੁਸੀਂ ਸਰਕਾਰ ਦੀ ਗੱਲ ਕੀਤੀ, ਨਾਲ ਦੀ ਨਾਲ ਜਿਹੜਾ ਟੌਪ ਮੋਸਟ ਬਿਊਰੋਕਰੈਟ, ਟੌਪ ਮੋਸਟ ਅਫਸਰ ਹੈ ਸਰਕਾਰ ਦਾ, ਚੀਫ ਸੈਕਟਰੀ ਜੰਜੂਆ ਸਾਹਿਬ, ਉਹਨਾਂ ਨੇ ਕਿਹਾ ਵੀ ਇਹ ਚ ਮਾੜੀ ਗੱਲ ਕਹੀ ਹੈ ਜਿਸ ਤਰ੍ਹਾਂ ਦੇ ਅਫਸਰਾਂ, ਕਿਉਂਕਿ ਲੜੀਵਾਰ 6ਵਾਂ ਬਦਲਾਵ ਕੀਤਾ ਗਿਆ ਜਾਂ ਤਬਾਦਲਾ ਕੀਤਾ ਗਿਆ, ਰਾਈਟ। ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਜੇ ਸਰਕਾਰ ਦੀ ਕੋਈ ਵਧੀਆ ਸਕੀਮ ਹੈ ਤੇ ਉਹ ਹੋਰ ਸੂਬਿਆਂ 'ਚ ਉਸ ਦਾ ਪ੍ਰਚਾਰ ਕਰਨਾ ਚਾਹੁੰਦੀ ਹੈ, ਦੱਸਣਾ ਚਾਹੁੰਦੀ ਹੈ, ਤਾਂ ਇਹ 'ਚ ਹਰਜ ਕੀ ਹੈ। ਇਹ ਗੱਲ ਉਹਨਾਂ ਨੇ ਡਿਫੈਂਡ ਕਰਦੇ ਹੋਏ ਕਹੀ ਹੈ ਇਹ ਸਾਰੇ ਡਿਸੀਜਨਸ ਨੂੰ। ਦੇਖੋ ਜੀ, ਜੇ ਚੀਫ ਸਕੱਤਰ ਪੰਜਾਬ ਦੇ ਇਹ ਬਿਆਨ ਦਿੰਦੇ ਨੇ, ਮੈਂ ਖੈਰ ਇਹ ਬਿਆਨ ਅਖਬਾਰਾਂ 'ਚ ਹੀ ਆਪਾਂ ਪੜ੍ਹਿਆ ਹੈ ਜਿਸ ਤਰੀਕੇ ਨਾਲ ਤੁਸੀਂ ਕੋਟ ਕਰ ਰਹੇ ਆ, ਲੇਕਿਨ ਜੇ ਚੀਫ ਸਕੱਤਰ ਨੂੰ ਇਹ ਨਹੀਂ ਪਤਾ ਕਿ ਪੰਜਾਬ ਦਾ ਇਸ ਵਕਤ ਅਰਥਚਾਰਾ ਕਿੱਥੇ ਖੜਾ ਹੈ, ਜੇ ਚੀਫ ਸਕੱਤਰ ਨੂੰ ਇਹ ਨਹੀਂ ਪਤਾ ਕਿ ਪੰਜਾਬ ਦੇ ਸਿਰ ਉੱਤੇ 3 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਹੈ, ਇਹ ਉਹੀ ਕਰਜ਼ਾ ਜਿਸ ਨੂੰ ਕਿ ਤੁਸੀਂ ਹੋਰ ਪਾਰਟੀਆਂ ਦੀ ਸਰਕਾਰਾਂ ਨੇ ਤੁਹਾਡੇ ਸਿਰ ਉੱਤੇ ਲੱਦਿਆ, ਤੇ ਤੁਸੀਂ ਇਸ ਤਰੀਕੇ ਦੇ ਬੇਫਜ਼ੂਲ ਖਰਚੇ ਕਰਕੇ, ਉਹ ਵੀ ਹੋਰ ਰਾਜਾਂ ਦੇ ਵਿੱਚ। ਦੇਖੋ ਮਤਲਬ ਜੇ ਪੰਜਾਬ ਦਾ ਇੱਕ ਬਿਊਰੋਕਰੈਟ ਇਹ ਕਹਿ ਰਿਹਾ ਹੈ, ਮੈਨੂੰ ਲੱਗਦਾ ਵੀ ਚੀਫ ਸਕੱਤਰ ਦੇ ਅਹੁਦੇ ਤੇ ਕਿਉਂ ਬੈਠੇ, ਇਹ ਵੀ ਇੱਕ ਵੱਡਾ ਸਵਾਲ ਹੋਣਾ ਚਾਹੀਦਾ। ਜੇ ਇਸ ਤਰੀਕੇ ਦੇ ਲੌਜਿਕ ਹੀ ਅਫਸਰਾਂ ਨੇ ਕੱਢ ਕੇ ਲੈਣੇ, ਅਫਸਰਾਂ ਨੂੰ ਕਿਸੇ ਪਾਰਟੀਆਂ ਜਾਂ ਕਿਸੇ ਕਹਿ ਸਕਦੇ ਕਿ ਕਿਸੇ ਲੀਡਰਾਂ ਦਾ ਹਿੱਤ ਪੂਰਨ ਨਹੀਂ ਰੱਖਿਆ ਗਿਆ ਹੁੰਦਾ। ਅਫਸਰਾਂ ਦਾ ਕੰਮ ਹੈ ਸਰਕਾਰਾਂ ਨੂੰ ਚਲਾਉਣਾ ਤੇ ਸਰਕਾਰਾਂ ਨੂੰ ਇੱਕ ਕਿਫਾਇਤ ਦੇ ਨਾਲ ਚਲਾਉਣਾ, ਜਿਹੜੀ ਪ੍ਰੂਡੈਂਸ ਚਾਹੀਦੀ ਹੈ ਸਰਕਾਰ ਦੀ ਫੰਕਸ਼ਨਿੰਗ ਦੇ ਵਿੱਚ। ਤੁਸੀਂ ਇਸ਼ਤਿਹਾਰ ਦੇਣੇ ਦੇ ਦਿਓ, ਚਲੋ ਮੰਨ ਲਿਆ ਇਸ਼ਤਿਹਾਰ ਦੇਣੇ ਤੁਸੀਂ ਦਿਓ, ਮੈਨੂੰ ਕੋਈ ਦਿੱਕਤ ਨਹੀਂ ਇਸ਼ਤਿਹਾਰ ਦੇਣ 'ਚ, ਲੇਕਿਨ ਹੋਰ ਰਾਜਾਂ ਦੇ ਵਿੱਚ ਕਿਉਂ ਇਸ਼ਤਿਹਾਰ ਦੇਣੇ? 10 ਕਰੋੜ ਰੁਪਏ ਦੇ ਪਿੱਛੇ ਤੁਸੀਂ ਜਿਹੜੇ ਮੁਹੱਲਾ ਕਲੀਨਿਕ ਲਾ ਕੇ ਤਿਆਰ ਕੀਤੇ ਨੇ, ਉਹਦੇ ਲਈ 30 ਕਰੋੜ ਦਾ ਖਰਚਾ, ਕਿੱਡੀ ਕੁ ਪ੍ਰਪੋਰਸ਼ਨ ਹੈ? ਤੁਸੀਂ 10 ਕਰੋੜ ਰੁਪਏ ਜੇ ਮੁਹੱਲਾ ਕਲੀਨਿਕਾਂ ਤੇ ਲਾਇਆ ਸੀ, ਕਰੋੜ ਰੁਪਏ ਲਾ ਦਿੰਦੇ, 2 ਕਰੋੜ ਰੁਪਏ ਲਾ ਦਿੰਦੇ ਉਹਨਾਂ ਦੀ ਇਸ਼ਤਿਹਾਰਬਾਜ਼ੀ ਉੱਤੇ। ਉਹ ਵੀ ਪੰਜਾਬ ਦੇ ਵਿੱਚ ਤੁਹਾਨੂੰ ਦੱਸਣ ਦੀ ਲੋੜ ਸੀ, ਜਿਹੜੇ ਲੋਕਾਂ ਨੇ ਫਾਇਦਾ ਚੁੱਕਣਾ ਇਹਨਾਂ ਮੁਹੱਲਾ ਕਲੀਨਿਕਾਂ ਦਾ, ਕਿਸੇ ਨੇ ਬਾਹਰ ਤੋਂ ਆ ਕੇ, ਆਂਧਰ ਪ੍ਰਦੇਸ਼ ਤੋਂ ਆ ਕੇ, ਕਰਨਾਟਕਾ ਤੋਂ ਆ ਕੇ, ਗੁਜਰਾਤ ਤੋਂ ਆ ਕੇ, ਹਿਮਾਚਲ ਪ੍ਰਦੇਸ਼ ਤੋਂ ਆ ਕੇ ਤਾਂ ਨਹੀਂ ਫਾਇਦਾ ਚੁੱਕਣਾ। ਉਹ ਲੋਕਾਂ ਨੂੰ ਦੱਸਣ ਲਈ ਤੁਸੀਂ ਇਸ਼ਤਿਹਾਰਬਾਜ਼ੀ ਕਰਨੀ ਹੈ, ਸਰਕਾਰ ਦਾ ਕੰਮ ਹੈ, ਪਬਲਿਕ ਰਿਲੇਸ਼ਨ ਮਹਿਕਮੇ ਦਾ ਕੰਮ ਹੈ, ਸੋ ਉਹਨਾਂ ਨੂੰ ਕਰਨਾ ਬਣਦਾ ਉਹਨਾਂ ਦਾ ਕੰਮ। ਲੇਕਿਨ ਉਹਦੀ ਅਨੁਪਾਤ ਕੀ ਹੋਏਗੀ? ਤੁਸੀਂ ਇਹ ਕਹੋਗੇ ਤੁਸੀਂ ਜੀ ਇੱਕ ਗੱਡੀ ਖਰੀਦ ਕੇ ਲਿਆਂਦੇ ਹੋ 4 ਲੱਖ ਰੁਪਏ ਦੀ, ਤੇ ਉਹਦੇ ਲਈ ਤੁਸੀਂ 40 ਲੱਖ ਰੁਪਏ ਦਾ ਨੰਬਰ ਖਰੀਦ ਲੈਂਦੇ ਹੋ। ਤੁਹਾਨੂੰ ਪਤਾ ਹੀ ਹੋਏਗਾ ਜਿਹੜੇ ਸਾਡੇ ਫੈਂਸੀ ਨੰਬਰ ਵਿਕਦੇ ਨੇ, ਤੇ ਕਈ ਵਾਰ ਜਦੋਂ ਨੰਬਰ ਵਿਕਦੇ ਨੇ ਅਸੀਂ ਸਵਾਲ ਚੁੱਕਦੇ ਹਾਂ ਜੀ ਕਿ ਇੱਕ ਐਸੇ ਸ਼ਖਸ ਨੂੰ ਮੈਂ ਜਾਣਦਾ ਜਿਨ੍ਹਾਂ ਨੇ ਇੱਕ ਸਕੂਟੀ ਖਰੀਦੀ ਸੀਗੀ, ਐਕਟਿਵਾ, ਸ਼ਾਇਦ 40,000 ਰੁਪਏ ਦੀ ਜਾਂ 50,000 ਰੁਪਏ ਦੀ ਉਸ ਵਕਤ ਉਸਦੀ ਕੀਮਤ ਰਹੀ ਹੋਗੀ, ਤੇ ਉਸ ਜਨਾਬ ਨੇ ਉਹਦੇ ਲਈ 5 ਲੱਖ ਰੁਪਏ ਦਾ ਨੰਬਰ ਲਿਆ ਸੀ। ਇਹ ਸਰਕਾਰ ਦੀ ਵੀ ਹਾਲਤ ਇਹੀ ਹੈ ਵੀ ਤੁਸੀਂ ਜੇ 40,000 ਦੀ ਸਕੂਟੀ ਲੈ ਰਹੇ ਹੋ ਤਾਂ ਉਹਦੇ ਲਈ 5 ਲੱਖ ਰੁਪਏ ਦਾ ਫੈਂਸੀ ਨੰਬਰ ਲੈਣਾ ਚਾਹ ਰਹੇ ਹੋ। ਇਸ ਤਰੀਕੇ ਦੀ ਇਹਨੂੰ ਮੈਂ ਤਾਂ ਇਸਨੂੰ ਫਜ਼ੂਲ ਖਰਚੀ ਹੀ ਕਹਾਂਗਾ। ਤੇ ਅੰਨ੍ਹੇਵਾਹ ਜਿਹੜਾ ਹੈ ਪੰਜਾਬ ਦਾ ਪੈਸਾ ਜਿਹੜਾ ਹੈ ਉਹ ਲੁਟਾਇਆ ਜਾ ਰਿਹਾ, ਤੇ ਜੇ ਅੱਜ ਉਸ ਦੇ ਪਿੱਛੇ ਕੋਈ ਲੌਜਿਕ ਤਲਾਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਠੀਕ ਹੈ, ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਇਹ ਕਰਦੀ ਹੋਈ ਨਜ਼ਰ ਹੈ। ਕੀ ਕਾਰਨ ਹੈਗੇ ਨੇ ਕਿ ਆਮ ਆਦਮੀ ਪਾਰਟੀ ਦੇ ਲੀਡਰ ਅੱਜ ਇਸ ਤਰੀਕੇ ਦੇ ਫੈਸਲੇ ਨੂੰ ਡਿਫੈਂਡ ਨਹੀਂ ਕਰਦੇ, ਤੇ ਪੰਜਾਬ ਦੇ ਜੇ ਸਕੱਤਰ ਲੈਵਲ ਦੇ ਜਾਂ ਮੁੱਖ ਸਕੱਤਰ ਲੈਵਲ ਦੇ ਲੋਕਾਂ ਨੂੰ ਇਹ ਲੌਜਿਕ ਦੇ ਕੇ ਆਪਣੇ ਨੂੰ ਡਿਫੈਂਡ ਕਰਨਾ ਪੈ ਰਿਹਾ ਕਿ ਨਹੀਂ ਜੀ ਸਾਡਾ ਤਾਂ ਐਕਸਟੈਂਸ਼ਨ ਹੈ, ਸਾਡਾ ਤਾਂ ਪ੍ਰਚਾਰ ਹੈ। ਤੇ ਪ੍ਰਚਾਰ ਤਾਂ ਪਾਰਟੀ ਦਾ ਹੋ ਰਿਹਾ, ਜਿਹਨੂੰ ਕਹਿੰਦੇ ਨਾ ਬੱਸਾਂ ਦੇ ਵਿੱਚ ਜਦੋਂ ਆਪਾਂ ਕੁਝ ਲੋਕਾਂ ਨੂੰ ਆਪਣਾ ਸਮਾਨ ਵੇਚਦੇ ਹੋਏ ਉਹ ਕਹਿੰਦੇ ਨੇ ਕੰਪਨੀ ਦੀ ਮਸ਼ਹੂਰੀ ਹੋ ਰਹੀ ਹੈ। ਸੋ ਮਸ਼ਹੂਰੀ ਤਾਂ ਕੰਪਨੀ ਦੀ ਹੋ ਰਹੀ ਹੈ, ਮਸ਼ਹੂਰੀ ਹੈ ਪਾਰਟੀ ਦੀ ਹੋ ਰਹੀ ਹੈ, ਲੇਕਿਨ ਕਿਸ ਕੀਮਤ ਉੱਤੇ ਹੋ ਰਹੀ ਹੈ? ਪਾਰਟੀ ਆਪਣੇ ਫੰਡਾਂ ਦੇ ਵਿੱਚੋਂ ਪੰਜਾਬ ਦੇ ਖਜ਼ਾਨੇ ਤੋਂ ਪੈਸਾ ਕੱਢ ਕੇ ਇਸ ਤਰੀਕੇ ਦੇ ਇਸ਼ਤਿਹਾਰ ਉਹ ਵੀ ਹੋਰ ਰਾਜਾਂ ਦੇ ਵਿੱਚ ਕਰਨਾ ਤਾਂ ਬਿਲਕੁਲ ਸਰਾਸਰ ਗਲਤ ਹੈ। ਤੇ ਜਿਹੜੇ ਅਫਸਰ ਇਸ ਉੱਤੇ ਸਵਾਲ ਲੌਜੀਕਲ ਚੁੱਕ ਰਹੇ ਨੇ ਉਹਨਾਂ ਨੂੰ ਅਸੀਂ ਬਾਹਰ ਜਾਂਦਾ ਹੋਇਆ ਵੇਖ ਰਹੇ। ਇਸ ਕੇਸ ਦੇ ਵਿੱਚ ਵੀ ਲਗਭਗ ਇਹੀ ਹੋਇਆ ਹੋ ਸਕਦਾ ਹੈ, ਲੇਕਿਨ ਗੱਲ ਉੱਥੇ ਆ ਜਾਂਦੀ ਹੈ ਵੀ ਸਰਕਾਰ ਜੋ ਮਰਜ਼ੀ ਕਰ ਲੈ, ਮੀਡੀਆ ਜਿੰਨਾ ਮਰਜ਼ੀ ਰੌਲਾ ਪਾ ਲੇ, ਵਿਰੋਧੀ ਪਾਰਟੀਆਂ ਜਿੰਨਾ ਮਰਜ਼ੀ ਰੌਲਾ ਪਾ ਲੈਣ, ਇਸ ਦੀ ਪੜਚੋਲ ਕਿਸੇ ਨੇ ਕਰਨੀ ਨਹੀਂ, ਕਦੇ ਕੋਈ ਇਨਵੈਸਟੀਗੇਸ਼ਨ ਕਿਸੇ ਕੇਸ ਦੇ ਵਿੱਚ ਹੋਣੀ ਨਹੀਂ ਹੈ। ਸੋ ਜਿਸ ਮਤਲਬ ਲੈ ਦੇ ਕੇ ਆਪਾਂ ਹੋਰ ਪਾਰਟੀਆਂ ਨੂੰ ਕਹਿੰਦੇ ਆ ਵੀ ਜੁਮਲੇ ਬਾਜ਼ਾਂ ਦੀ ਸਰਕਾਰਾਂ ਰਹੀਆਂ ਨੇ, ਜੁਮਲਿਆਂ ਦੇ ਉੱਤੇ ਆਧਾਰਿਤ ਰਹੀਆਂ ਨੇ, ਮੈਨੂੰ ਲੱਗਦਾ ਇਹ ਲਿਫਾਫੇਬਾਜ਼ੀ ਕਰ ਰਹੀ ਹੈ ਸਰਕਾਰ, ਤੇ ਇਸ਼ਤਿਹਾਰਬਾਜ਼ੀ ਤੋਂ ਇਲਾਵਾ ਹੋਰ ਕਿਸੇ ਪਾਸੇ ਫੋਕਸ ਨਹੀਂ ਹੈ। ਮੈਂ ਤਾਂ ਆਪਣੇ ਆਪ ਦੇ ਵਿੱਚ ਮੁਹੱਲਾ ਕਲੀਨਿਕਸ ਦਾ ਬਹੁਤ ਵੱਡਾ ਕ੍ਰਿਟਿਕ ਹਾਂ, ਕਿਉਂਕਿ ਮੈਨੂੰ ਲੱਗਦਾ ਕਿ ਮੁਹੱਲਾ ਕਲੀਨਿਕ ਨੂੰ ਸਿਰਫ ਆਪਣਾ ਇੱਕ ਕਹਿ ਸਕਦੇ ਕਿ ਨੋਮਨਕਲੇਚਰ ਐਸਟੈਬਲਿਸ਼ ਕਰਨ ਲਈ ਕਰੋੜਾਂ ਰੁਪਏ ਪੰਜਾਬ ਦਾ ਜ਼ਾਇਆ ਕੀਤਾ ਜਾ ਰਿਹਾ ਹੈ। ਤੁਹਾਨੂੰ ਜਿਹੜੇ ਪਾਸੇ ਪੈਸਾ ਲਾਣਾ ਚਾਹੀਦਾ, ਤੁਹਾਨੂੰ ਡਾਕਟਰਾਂ ਦੇ ਪਾਸੇ ਪੈਸਾ ਲਾਣਾ ਚਾਹੀਦਾ, ਤੁਹਾਨੂੰ ਹੋਰ ਇਕਵਿਪਮੈਂਟਸ ਦੇ ਪਾਸੇ, ਤੁਸੀਂ ਉਹ ਜਿਹੜੇ ਐਗਜ਼ਿਸਟਿੰਗ ਇਨਫਰਾਸਟ੍ਰਕਚਰ ਦੇ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੇ ਹੋ। ਨਵੇਂ ਜਿਹੜੇ ਨੋਮਨਕਲੇਚਰ, ਨਵੇਂ ਸ਼ਗੂਫੇ ਛੱਡੀ ਜਾ ਰਹੇ ਹੋ। ਜਿੱਥੇ ਸੇਵਾਵਾਂ ਦੀ ਵੀ ਲੋੜ ਹੈ, ਉਹ ਜਿਹੜੇ ਸੁਵਿਧਾ ਸੈਂਟਰ ਬੰਦ ਕੀਤੇ ਗਏ ਉਹਨਾਂ ਦੀ ਵੀ ਪੰਜਾਬ ਦੇ ਵਿੱਚ ਲੋੜ ਸੀ, ਉਹਨਾਂ ਨੂੰ ਤੁਸੀਂ ਬਿਹਤਰ ਤਰੀਕੇ ਦੇ ਨਾਲ ਚਲਾ ਲੈਂਦੇ। ਇਹੀ ਤਾਂ ਪਾਰਟੀ ਹੈਗੀ ਜਿਹੜੀ ਕਿ ਰਾਈਟ ਟੂ ਸਰਵਿਸ ਜਾਂ ਜਿਹਨੂੰ ਕਹਿੰਦੇ ਸਿਟੀਜ਼ਨ ਚਾਰਟਰ ਇਹਨਾਂ ਦਾ ਪਹਿਲਾ ਏਜੰਡਾ ਸੀ ਆਮ ਆਦਮੀ ਪਾਰਟੀ ਦਾ, ਜਦੋਂ ਇਹਨਾਂ ਨੇ ਅੰਦੋਲਨ ਛੇੜਿਆ ਸੀ।
ਸੋ ਉਹ ਸਿਟੀਜ਼ਨ ਚਾਰਟਰ ਦੇ ਅਧੀਨ ਜੇ ਪੰਜਾਬ ਦੇ ਵਿੱਚ ਕੰਮ ਹੋ ਗਿਆ, ਆ ਸਰਵਿਸ ਸੈਂਟਰ ਖੁੱਲ ਗਏ, ਸੇਵਾ ਕੇਂਦਰ ਖੁੱਲ ਗਏ, ਤਾਂ ਉਹ ਸੇਵਾ ਕੇਂਦਰਾਂ ਨੂੰ ਬੰਦ ਕਰਤਾ ਕਾਂਗਰਸ ਦੀ ਸਰਕਾਰ ਨੇ। ਤੇ ਹੁਣ ਘੱਟੋ ਘੱਟ ਉਹਨਾਂ ਨੂੰ ਚੱਜ ਨਾਲ ਚਲਾ ਦਿਓ, ਲੋਕਾਂ ਨੂੰ ਸੇਵਾਵਾਂ ਬਿਹਤਰ ਦੇ ਦਿਓ। ਉਹਨਾਂ ਨੂੰ ਮੁਹੱਲਾ ਕਲੀਨਿਕ ਬਣਾਤਾ, ਹਸਪਤਾਲਾਂ ਦਾ ਤੁਹਾਡੇ ਜਿਹੜੇ ਹੈਲਥ ਸੈਂਟਰਸ ਹੈਗੇ ਨੇ, ਪ੍ਰਾਇਮਰੀ ਹੈਲਥ ਸੈਂਟਰਸ ਹੈਗੇ ਨੇ, ਉਹਨਾਂ ਦੀ ਅੱਜ ਜਾ ਕੇ ਹਾਲਤ ਦੇਖੋ ਉੱਥੇ ਕੀ ਕੁਝ ਹੋ ਰਿਹਾ ਕੀ ਨਹੀਂ ਹੋ ਰਿਹਾ। ਸੋ ਬਹੁਤ ਕੁਝ ਮਤਲਬ ਗਲਤ ਡਾਇਰੈਕਸ਼ਨ ਦੇ ਵਿੱਚ ਜਾ ਰਿਹਾ, ਤੇ ਔਨ ਟਾਪ ਆਫ ਇਟ ਆ ਜਿਹੜੇ ਫालतू ਦੇ ਖਰਚੇ, ਆਈ ਮੀਨ ਇਹ ਸਮਝ ਤੋਂ ਪਰੇ ਹੈ ਜੀ। ਤਾਂ ਇਸ ਤੋਂ ਬਾਅਦ ਜਿਵੇਂ ਰੇੜਕਾ ਵੱਧਦਾ ਜਾ ਰਿਹਾ ਹੈਗਾ, ਜਿਵੇਂ ਅਫਸਰ ਲੱਗਣੇ ਵੀ ਹਟ ਰਹੇ ਆ, ਹੋਰ ਅਫਸਰਾਂ ਨੂੰ ਕਿਹਾ ਜਾ ਰਿਹਾ ਵੀ ਆਉਣ ਵਾਲੇ ਦਿਨਾਂ 'ਚ ਹੋਰ ਵੀ ਜਿਹੜੇ ਅਫਸਰ ਹੈ, ਜਿਹੜੇ ਵੱਡੇ ਅਫਸਰ ਨੇ, ਉਹਨਾਂ ਦੇ ਵੀ ਤਬਾਦਲੇ ਕੀਤੇ ਜਾ ਸਕਦੇ ਹੈਗੇ ਨੇ। ਤਾਂ ਇਸ ਤੋਂ ਬਾਅਦ ਤਾਂ ਕਨਫਰੰਟੇਸ਼ਨ ਜਾਂ ਕਹਿ ਲਓ ਵੀ ਅੰਦਰੂਨੀ ਜੰਗ ਹੈ, ਕੋਲਡ ਵਾਰ ਬਿਟਵੀਨ ਬਿਊਰੋਕ੍ਰੇਸੀ ਤੇ ਸਰਕਾਰ, ਤਾਂ ਹੋਰ ਵੀ ਵਧੂਗਾ ਇਸ ਦਾ, ਤਾਂ ਫਿਰ ਹੋਰ ਵੀ ਤਾਂ ਨੁਕਸਾਨ ਹੋ ਸਕਦਾ ਹੈ ਲੋਕਾਂ ਨੂੰ ਖਾਸ ਤੌਰ ਤੇ। ਦੇਖੋ ਜੀ, ਕੋਈ ਵੀ ਸਰਕਾਰ ਦੇ ਜਦੋਂ ਫੈਸਲੇ ਲੈਣੇ ਹੁੰਦੇ ਨੇ, ਜਿਹੜੇ ਸਾਈਨ ਹਸਤਾਖਰ ਹੁੰਦੇ ਨੇ ਨਾ ਦਸਤਾਵੇਜ਼ਾਂ ਦੇ ਉੱਤੇ, ਜਾਂ ਜਿਹੜੀਆਂ ਸੈਂਕਸ਼ਨਸ ਹੁੰਦੀਆਂ ਨੇ, ਉਹ ਅਫਸਰਾਂ ਨੇ ਦੇਣੀਆਂ ਹੁੰਦੀਆਂ ਜੀ। ਪੋਲੀਟੀਕਲ ਲੀਡਰਸ਼ਿਪ ਜੋ ਚਾਹੇ ਜਿਸ ਦਿਸ਼ਾ ਵੱਲ ਚਾਹੇ ਆਪਣੀ ਸਰਕਾਰ ਦੇ ਕੰਮਕਾਜ ਨੂੰ ਲਿਜਾ ਸਕਦੀ ਹੈ। ਉਸ ਦੇ ਵਿੱਚ ਕੋਈ ਦੋਰਾਵਾ ਨਹੀਂ ਕਿ ਪੋਲੀਟੀਕਲ ਐਗਜ਼ੈਕਟਿਵ ਜਿਹੜਾ ਹੁੰਦਾ ਹੈ ਉਹੀ ਮੇਨ ਤਾਕਤ ਹੁੰਦੀ ਹੈ, ਲੇਕਿਨ ਉਸ ਨੂੰ ਐਗਜ਼ੀਕਿਊਟ ਕਰਾਉਣ ਦੀ ਜਿਹੜੀ ਅਥਾਰਟੀ ਹੈ ਉਹ ਬਿਊਰੋਕਰੇਟਸ ਕੋਲ ਹੈਗੀ ਹੈ, ਅਫਸਰ ਸ਼ਾਹਾਂ ਕੋਲ ਹੈ। ਤੇ ਅਫਸਰ ਸ਼ਾਹਾਂ ਦੇ ਜ਼ਰੀਏ, ਅਫਸਰ ਸ਼ਾਹ ਉਹ ਬੇਸਿਕਲੀ ਇੰਸਟਰੂਮੈਂਟਸ ਹੈਗੇ ਨੇ। ਬਿਊਰੋਕਰੇਟ ਇਜ਼ ਐਨ ਇੰਸਟਰੂਮੈਂਟ ਆਫ ਦ ਸਟੇਟ। ਹੁਣ ਉਹ ਇੰਸਟਰੂਮੈਂਟ ਦੇ ਹੈਂਡ ਐਂਡ ਸੀਲ ਦੇ ਹੇਠ, ਹਸਤਾਖਰ ਹੇਠ ਜੇ ਕੋਈ ਵੀ ਕੰਮ ਹੋਏਗਾ, ਕੋਈ ਵੀ ਐਸਾ ਆਰਡਰ ਪਾਸ ਹੁੰਦਾ ਹੈ ਕੱਲ ਨੂੰ ਜੋ ਕਿ ਆਡਿਟ ਆਬਜੈਕਸ਼ਨਾਂ ਦੀ ਵਜ੍ਹਾ ਬਣੇ, ਉਹ ਤੁਸੀਂ ਮੰਨੋ ਕਿ ਅੱਜ ਇਹ ਫੈਸਲੇ ਲੈ ਰਹੇ ਨੇ, ਧੜਾ-ਧੜ ਫੈਸਲੇ ਲਏ ਜਾ ਰਹੇ ਨੇ, ਕੱਲ ਨੂੰ ਜਦੋਂ ਸਰਕਾਰਾਂ ਬਦਲਣਗੀਆਂ, ਕੋਈ ਹੋਰ ਸਰਕਾਰ ਆਏਗੀ, ਤੇ ਜੇ ਇਸ ਮਾਮਲੇ ਦਾ ਆਡਿਟ ਜਾਂਚ ਹੋਏਗੀ, ਇਸ ਮਾਮਲੇ ਦੀ ਵਿਜੀਲੈਂਸ ਜਾਂਚ ਹੋਏਗੀ, ਤਾਂ ਉਸ ਦੇ ਵਿੱਚ ਇਹ ਆਏਗਾ ਜੀ ਕਿ ਇਸ ਅਫਸਰ ਦੇ ਹੈਂਡ ਐਂਡ ਸੀਲ ਹੇਠ 10 ਕਰੋੜ ਰੁਪਏ ਦੇ ਮੁਹੱਲਾ ਕਲੀਨਿਕਾਂ ਦੀ ਜਿਹਦੀ ਉਸਾਰੀ ਲਈ 10 ਕਰੋੜ ਰੁਪਏ ਲਾਇਆ ਗਿਆ, ਉਹਦੇ ਲਈ 30 ਕਰੋੜ ਰੁਪਏ ਦਾ ਜਿਹੜਾ ਖਰਚਾ ਸੀ, ਉਹਦਾ ਡਿਸਪ੍ਰੋਪੋਰਸ਼ਨੇਟ, ਜਿਸਨੂੰ ਆਪਾਂ ਕਹਿੰਦੇ ਨਾ ਅਨੁਪਾਤ ਤੋਂ ਵੱਧ, ਸੋ ਇਟ ਇਜ਼ ਅ ਡਿਸਪ੍ਰੋਪੋਰਸ਼ਨੇਟ ਐਕਸਪੈਂਡੀਚਰ ਦੈਟ ਇਜ਼ ਬੀਇੰਗ ਐਕਸਪੈਂਡਡ। ਸੋ ਆਡਿਟ ਦੇ ਮਾਪਦੰਡ ਤੁਸੀਂ ਦੇਖ ਲਓ ਵੀ ਮੈਨੂੰ ਲੱਗਦਾ ਅਗਲੇ ਸਾਲ ਜਿਹੜੀ ਇਹਨਾਂ ਦੀ ਆਡਿਟ ਦੀ ਰਿਪੋਰਟ ਆਣੀ ਹੈ, ਉਹਦੇ ਵਿੱਚ ਮੁਹੱਲਾ ਕਲੀਨਿਕਾਂ ਨੂੰ ਲੈ ਕੇ ਸਵਾਲ ਉੱਠਣੇ ਤੈਅ ਹੈਗੇ ਨੇ ਕਿ ਤੁਸੀਂ ਇੰਨਾ ਖਰਚਾ ਕਿਉਂ ਕਰ ਰਹੇ ਹੋ, ਮੁਹੱਲਾ ਕਲੀਨਿਕਾਂ ਦੇ ਉੱਤੇ ਕਿਉਂ ਕਰ ਰਹੇ ਹੋ, ਤੇ ਉਸ ਤੋਂ ਉੱਤੇ ਜਿਹੜੀ ਇਸ਼ਤਿਹਾਰਬਾਜ਼ੀ ਤੁਸੀਂ ਕਰ ਰਹੇ ਹੋ ਉਹ ਕਿਉਂ ਕਰਦੇ ਪਏ ਹੋ। ਸੋ ਅਫਸਰ ਜੇ ਇਤਰਾਜ਼ ਕਰ ਰਹੇ ਨੇ ਉਹ ਠੀਕ ਕਰ ਰਹੇ ਨੇ। ਮੈਨੂੰ ਨਹੀਂ ਪਤਾ ਕੋਲਡ ਵਾਰ ਛਿੜੇਗੀ ਜਾਂ ਨਹੀਂ ਛਿੜੇਗੀ, ਪਹਿਲੇ ਅਫਸਰਾਂ ਦੇ ਵਿੱਚ ਤੇ ਸਰਕਾਰ ਦੇ ਵਿੱਚ ਛਿੜੀ ਹੈ, ਤੇ ਆਪਾਂ ਉਸ ਮਾਮਲੇ ਵਿੱਚ ਜਿੱਥੇ ਅਫਸਰ ਗਲਤ ਸੀ, ਆਪਾਂ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਦੀ ਪੋਲੀਟੀਕਲ ਲੀਡਰਸ਼ਿਪ ਨੂੰ ਸਹੀ ਦੱਸਿਆ, ਕਿਉਂਕਿ ਅਫਸਰ ਮਨਮਾਨੀ ਨਹੀਂ ਕਰ ਸਕਦੇ, ਲੇਕਿਨ ਸਰਕਾਰ ਵੀ ਜਾਂ ਪੋਲੀਟੀਕਲ ਕਲਾਸ ਵੀ ਮਨਮਾਨੀ ਨਹੀਂ ਕਰ ਸਕਦੀ, ਤੇ ਕਿਸੇ ਅਫਸਰ ਨੂੰ ਪਾਬੰਦ ਨਹੀਂ ਕਰ ਸਕਦੀ ਕਿ ਤੁਸੀਂ ਇਹਨਾਂ ਫਾਈਲਾਂ ਤੇ ਸਾਈਨ ਕਰੋ ਤੇ ਕਰੋੜਾਂ ਰੁਪਏ ਦੇ ਜਿਹੜੇ ਇਸ਼ਤਿਹਾਰਬਾਜ਼ੀ ਦੇ ਵਿੱਚ ਸਾਡੀ ਪਾਰਟੀ ਦੀ ਮਸ਼ਹੂਰੀ ਤੇ ਸਾਡੀ ਪਾਰਟੀ ਦੇ ਪ੍ਰਚਾਰ ਦਾ ਹੀ ਹਿੱਸਾ ਬਣ ਜਾਓ। ਅੱਜ ਦੇ ਚੀਫ ਸਕੱਤਰ ਇਸ ਤਰੀਕੇ ਦੀ ਗੱਲ ਕਰ ਰਿਹਾ ਵੀ ਇਹਦੇ 'ਚ ਕੋਈ ਇਤਰਾਜ਼ ਨਹੀਂ। ਮੈਨੂੰ ਲੱਗਦਾ ਉਹਨਾਂ ਨੂੰ ਪੰਜਾਬ ਦੇ ਅਰਥਚਾਰੇ ਦੇ ਨਾਲ ਜੁੜੇ ਹੋਏ ਅੰਕੜਿਆਂ ਨੂੰ ਦੁਬਾਰਾ ਪੜ੍ਹਨਾ ਚਾਹੀਦਾ ਹੈ। ਬਜਟ ਪਿੱਛੇ ਹੁਣ ਆਉਣ ਵਾਲਾ ਬਜਟ ਤੁਹਾਡੇ ਸਾਹਮਣੇ ਆਏਗਾ, ਬਜਟ ਤੇ ਦੇਖ ਲਿਓ ਤੁਸੀਂ, ਜੇ ਨਾ 3.5 ਲੱਖ ਕਰੋੜ ਰੁਪਇਆ ਪੰਜਾਬ 3 ਲੱਖ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਸਿਰ ਹੋਇਆ ਤਾਂ ਤੁਸੀਂ ਕਹਿ ਦਿਓ, ਸੋ ਪਤਾ ਲੱਗ ਜਾਏਗਾ ਵੀ ਕਿੰਨੀ ਕੁ ਤੁਸੀਂ ਤਰੱਕੀ ਕੀਤੀ ਹੈ। ਜਿਹੜਾ ਹਰ ਸਾਲ ਵਧਣ ਵਾਲਾ 30 ਤੋਂ 40 ਹਜ਼ਾਰ ਕਰੋੜ ਦਾ ਜਿਹੜਾ ਕਰਜ਼ਾ ਹੈ ਪੰਜਾਬ ਦੇ ਸਿਰ ਉੱਤੇ ਹੋਰ ਵੱਧ ਜਾਂਦਾ ਹੈ। ਸੋ ਉਹਨਾਂ ਹਾਲਾਤਾਂ ਦੇ ਵਿੱਚ ਜੇ ਅਫਸਰ ਹੀ ਆਪਣੇ ਆਪ ਨੂੰ ਉਸ ਤਰੀਕੇ ਦੇ ਨਾਲ ਡਿਫੈਂਡ ਕਰਨਗੇ, ਆਪਣੀ ਪਾਰਟੀ ਨੂੰ ਡਿਫੈਂਡ ਕਰਨਗੇ, ਕਿਉਂਕਿ ਇੱਥੇ ਕਲਚਰ ਸਾਡੇ ਪੰਜਾਬ ਦੇ ਵਿੱਚ ਪਿਛਲੇ 1.5-2 ਆਪਾਂ ਦਹਾਕਿਆਂ ਦੇ ਵਿੱਚ ਇਸ ਤਰੀਕੇ ਦਾ ਬਣਦਾ ਦੇਖਿਆ ਹੀ, ਜਿੱਥੇ ਕਿ ਅਫਸਰ ਉਤਲੇ ਅਹੁਦਿਆਂ ਤੇ ਬੈਠਣ ਲਈ ਚੁੱਪ ਕਰਕੇ ਅੱਖਾਂ ਮੀਟ ਕੇ ਕੋਈ ਵੀ ਫੈਸਲਾ ਕਰਨ ਲਈ ਤਿਆਰ ਰਹਿੰਦੇ ਨੇ। ਲੇਕਿਨ ਅਜਿਹੇ ਵਿੱਚ ਕੁਝ ਅਫਸਰ ਹੈਗੇ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਫੈਸਲੇ ਅੱਖਾਂ ਮੀਟ ਕੇ ਇਸ ਤਰੀਕੇ ਨਾਲ ਨਹੀਂ ਲਏ ਜਾ ਸਕਦੇ। ਕਈ ਫੈਸਲਿਆਂ ਦੀ ਜ਼ਿੰਮੇਵਾਰੀ ਵੀ ਤੁਹਾਨੂੰ ਆਪਣੇ ਸਿਰ ਉੱਤੇ ਲੈਣੀ ਪੈਣੀ ਹੈ, ਤੇ ਉਹ ਜ਼ਿੰਮੇਵਾਰੀ ਲੈਣਾ ਇੱਕ ਆਲਮੋਸਟ ਕ੍ਰਿਮੀਨੈਲਿਟੀ ਨੂੰ ਦਾਵਤ ਦੇਣਾ ਹੈ। ਸੋ ਅੱਜ ਜੇ ਇੱਕ ਹੈਲਥ ਸੈਕਟਰੀ ਅਜੇ ਕੁਮਾਰ ਸ਼ਰਮਾ ਜਿਨ੍ਹਾਂ ਨੂੰ ਟ੍ਰਾਂਸਫਰ ਆਊਟ ਕੀਤਾ ਗਿਆ, ਉਸ ਤੋਂ ਪਹਿਲਾਂ ਵੀ ਚਰਚਾਵਾਂ ਨੇ ਕਿ ਕੁਝ ਹੋਰ ਵੀ ਅਫਸਰਾਂ ਨੂੰ ਇਸ ਤਰੀਕੇ ਦੇ ਮਨਮਾਨੇ ਜਿਹੜੇ ਫੈਸਲੇ ਲਾਗੂ ਕਰਨ ਲਈ ਜਦੋਂ ਕਿਹਾ ਗਿਆ ਤਾਂ ਉਹਨਾਂ ਨੇ ਇਤਰਾਜ਼ ਕੀਤਾ। ਜੇ ਫਿਰ ਤੁਸੀਂ ਇਤਰਾਜ਼ ਕਰਦੇ ਹੋ, ਤੁਹਾਨੂੰ ਤੁਹਾਡੇ ਅਹੁਦਿਆਂ ਤੋਂ ਹਟਾ ਦਿੱਤਾ ਜਾਂਦਾ ਹੈ, ਤੁਹਾਨੂੰ ਉਹ ਵਾਲੀਆਂ ਪੋਜੀਸ਼ਨਸ ਨਹੀਂ ਦਿੱਤੀਆਂ ਜਾਂਦੀਆਂ ਜਿਨ੍ਹਾਂ ਨੂੰ ਕਿ ਸੋ ਕਾਲਡ ਪਲਮ ਮੰਨਿਆ ਜਾਂਦਾ ਹੈ। ਸੋ ਇਹ ਰੇੜਕਾ ਚੱਲਦਾ ਰਹਿਣਾ ਹੈ। ਮੈਂ ਨਹੀਂ ਮੰਨਦਾ ਕਿ ਅਫਸਰਸ਼ਾਹੀ ਤੇ ਸਰਕਾਰ ਦੇ ਵਿੱਚ ਤਕਰਾਰ ਇਸ ਕਾਰਨ ਤੋਂ ਵਧੇਗੀ, ਲੇਕਿਨ ਇੱਥੇ ਹੁਣ ਸਵਾਲ ਇਹ ਖੜਾ ਹੋ ਰਿਹਾ ਕਿ ਕਿਹੜੇ ਅਫਸਰ ਨੇ ਜੋ ਕਿ ਆਪਣੇ ਅਸੂਲਾਂ ਤੇ ਖੜੇ ਰਹਿਣਗੇ। ਅਸੂਲਾਂ ਤੇ ਨਹੀਂ ਖੜੇ ਰਹਿਣ ਦੀ ਵੱਡੀ ਗੱਲ ਹੈਗੀ, ਇਹਦੇ ਲਈ ਸਿੰਪਲ ਗੱਲ ਹੈ ਵੀ ਤੁਸੀਂ ਕਾਨੂੰਨ ਦੇ ਮੁਤਾਬਕ, ਨਿਯਮਾਂ ਦੇ ਮੁਤਾਬਕ ਕਰਨਾ ਹੈ। ਆਡਿਟ ਦਾ ਇੱਕ ਬੜਾ ਵੱਡਾ ਰੂਲ ਹੈ ਕਿ ਕਿਸ ਪਰਪਸ ਲਈ ਕਿੰਨਾ ਖਰਚਾ ਕੀਤਾ ਜਾਣਾ ਹੈ, ਤੇ ਉਸ ਦੇ ਅਨੁਪਾਤ ਕੀ ਹੈ। ਕੱਲ ਨੂੰ ਇਹ ਸਾਰੀ ਚੀਜ਼ਾਂ ਵਿਜੀਲੈਂਸ ਇਨਕੁਆਇਰੀਆਂ ਦਾ, ਆਡਿਟ ਦੇ ਆਬਜੈਕਸ਼ਨਾਂ ਦਾ ਕਾਰਨ ਬਣਨਗੀਆਂ, ਜਿਸ ਦੇ ਕਾਰਨ ਉਹ ਅਫਸਰ ਦਿੱਕਤ ਵਿੱਚ ਆਉਣਗੇ ਜੋ ਇਸ ਤਰੀਕੇ ਦੇ ਫੈਸਲਿਆਂ ਦੇ ਉੱਤੇ ਹੱਥ ਦੇ ਨਾਲ ਆਪਣੇ ਹਸਤਾਖਰ ਕਰ ਰਹੇ ਨੇ, ਮੋਹਰਾਂ ਲਗਾ ਰਹੇ ਨੇ ਤੇ ਮਨਜ਼ੂਰੀ ਜਿਹੜੇ ਦੇ ਰਹੇ ਨੇ। ਜੀ ਤੇ ਜੀ ਹਰ ਗੱਲ ਪੋਲਿਟਿਕਸ ਅੱਜ ਕੱਲ ਤਾਂ ਦੇਖਿਆ ਜਾਵੇ ਇਮੇਜ ਤੇ ਆ ਕੇ ਟਿਕ ਜਾਂਦੀ ਹੈਗੀ ਹੈ। ਤਾਂ ਜਦੋਂ ਅਫਸਰਾਂ ਤੇ ਐਕਸ਼ਨ ਹੋਇਆ ਤਾਂ ਸਰਕਾਰ ਦੀ ਜਾਂ ਲੋਕਾਂ 'ਚ ਇਹ ਇੰਪ੍ਰੈਸ਼ਨ ਗਿਆ ਵੀ ਸਰਕਾਰ ਸਖਤ ਹੈ, ਕਰਪਸ਼ਨ ਖਤਮ ਕਰਨਾ ਚਾਹ ਰਹੀ ਹੈ। ਪਰ ਜਦੋਂ ਹੁਣ ਬਾਰੀ-ਬਾਰੀਆਂ ਤਬਾਦਲੇ ਹੋ ਰਹੇ ਜਿਸ ਕਰਕੇ ਅਫਸਰ ਕਹਿ ਲਓ ਵੀ ਰਿਬੈਲ ਕਰ ਰਿਹਾ ਵੀ ਅਸੀਂ ਨਹੀਂ ਸਾਈਨ ਕਰਾਂਗੇ, ਤਾਂ ਇਸ ਤਰ੍ਹਾਂ ਸਰਕਾਰ ਦੀ ਇਮੇਜ ਲੋਕਾਂ 'ਚ ਕੀ ਜਾਊਗੀ ਵੀ ਕੀ ਕਿਤੇ ਨਾ ਕਿਤੇ ਸਰਕਾਰ ਗਲਤ ਹੈ
ਵੀ ਸਰਕਾਰ ਧੱਕੇ ਨਾਲ ਚੀਜ਼ਾਂ ਕਰਵਾਉਣਾ ਚਾਹ ਰਹੀ ਹੈ, ਅਫਸਰਸ਼ਾਹੀ ਗਲਤ ਨਹੀਂ ਹੈ। ਜੋ ਪਹਿਲਾਂ ਇੱਕ ਪ੍ਰੈਜ਼ੀਡੈਂਟ ਜੋ ਇੱਕ ਨੈਰੇਟਿਵ ਸਿਰਜਿਆ ਜਾ ਰਿਹਾ ਸੀ ਵੀ ਅਫਸਰਸ਼ਾਹੀ ਕੰਮ ਨਹੀਂ ਕਰਨ ਦੇ ਰਹੀ ਸਰਕਾਰ ਨੂੰ। ਦੇਖੋ ਜੀ, ਇੱਥੇ ਇੱਕ ਚੀਜ਼ ਬੜੀ ਕਲੀਅਰ ਹੈ ਕਿ ਸਭ ਤੋਂ ਪਹਿਲਾਂ ਤਾਂ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਸਰਕਾਰ ਬਣਾਉਂਦੀ ਹੈ ਜਿੱਥੇ ਉਹਨਾਂ ਕੋਲ ਕੰਮ ਕਰਨ ਲਈ ਘੱਟ ਚੀਜ਼ਾਂ ਸੀ, ਲੇਕਿਨ ਉਹਨਾਂ ਨੇ ਫਿਰ ਵੀ ਕੁਝ ਅਜਿਹੀਆਂ ਪਹਿਲ ਕਦਮੀਆਂ ਕੀਤੀਆਂ, ਕੁਝ ਇਨੀਸ਼ੀਏਟਿਵਸ ਲਏ ਜਿਨ੍ਹਾਂ ਨੂੰ ਪ੍ਰਚਾਰ ਕੇ ਉਹਨਾਂ ਨੇ ਪੰਜਾਬ ਦੇ ਵਿੱਚ ਵੀ ਕਾਮਯਾਬੀ ਹਾਸਲ ਕੀਤੀ ਹੈ। ਪੰਜਾਬ ਦੇ ਉਸ ਮਾਡਲ ਨੂੰ ਦੁਨੀਆ ਭਰ ਵਿੱਚ ਜਾਂ ਦੇਸ਼ ਭਰ ਵਿੱਚ ਲਿਜਾਣ ਦੀ ਕੋਸ਼ਿਸ਼ ਆਮ ਆਦਮੀ ਪਾਰਟੀ ਕਰ ਰਹੀ ਹੈ। ਇਹਦੇ ਵਿੱਚ ਕੋਈ ਗਲਤ ਗੱਲ ਨਹੀਂ। ਕਿਸੇ ਵੀ ਪਾਰਟੀ ਨੂੰ ਕਿਸੇ ਵੀ ਰਾਜ ਦੇ ਵਿੱਚ ਕੀਤੇ ਹੋਏ ਆਪਣੇ ਕੰਮਾਂ ਨੂੰ ਦੂਸਰੇ ਰਾਜਾਂ ਦੇ ਵਿੱਚ ਦਿਖਾ ਕੇ ਵੋਟ ਮੰਗਣ ਦਾ ਹੱਕ ਹੈ, ਲੇਕਿਨ ਆਬਜੈਕਸ਼ਨ ਸਿਰਫ ਇਸ ਗੱਲ ਤੇ ਹੈ ਵੀ ਖਰਚਾ ਕੌਣ ਕਰੇਗਾ। ਖਰਚਾ ਉਸ ਸੂਬੇ ਤੇ ਨਹੀਂ ਪਾਇਆ ਜਾ ਸਕਦਾ, ਖਰਚਾ ਉਸ ਸਰਕਾਰ ਤੇ ਨਹੀਂ ਪਾਇਆ ਜਾ ਸਕਦਾ ਜੋ ਕਿ ਆਪਣੇ ਐਕਸਚੈਕਰ ਚੋਂ ਕੱਢ ਕੇ ਕਰਜ਼ਾਈ ਸੂਬਾ ਸਾਡਾ, ਕਰਜ਼ਾਈ ਤਾਂ ਸਾਰੇ ਸੂਬੇ ਨੇ, ਲੇਕਿਨ ਪੰਜਾਬ ਦਾ ਕਰਜ਼ਾ ਬੰਗਾਲ ਦੇ ਕਰਜ਼ੇ ਵਾਂਗ ਬਹੁਤ ਕ੍ਰਿਟੀਕਲ ਸਟੇਜ ਦੇ ਉੱਤੇ ਹੈ। ਇੱਥੇ ਜਦੋਂ ਸਾਡੀ ਡੈਟ ਟੂ ਜਿਹੜੀ GSDP ਦੀ ਰੇਸ਼ੋ ਹੈ ਉਹ ਬਹੁਤ ਜ਼ਿਆਦਾ ਹੈ। ਇਹਨਾਂ ਹਾਲਾਤਾਂ ਦੇ ਵਿੱਚ ਵੀ ਆਰ ਐਟ ਅ ਕ੍ਰਿਟੀਕਲ ਸਟੇਜ ਆਲਰੇਡੀ। ਬਾਰ-ਬਾਰ ਇਹ ਚੀਜ਼ਾਂ ਪਿਛਲੇ ਕਿੰਨੇ ਸਾਲਾਂ ਤੋਂ ਚਰਚਾ ਵਿੱਚ ਹੈ ਵੀ ਪੰਜਾਬ ਦਾ ਅਰਥਚਾਰਾ ਇੱਕ ਵੈਂਟੀਲੇਟਰ ਉੱਤੇ ਪਿਆ ਹੈ। ਸੋ ਉਸ ਵੈਂਟੀਲੇਟਰ ਉੱਤੇ ਪਏ ਅਰਥਚਾਰੇ ਦੇ ਵਿੱਚੋਂ ਤੁਸੀਂ ਫੰਡ ਕੱਢ ਕੇ ਆਪਣੀ ਪਾਰਟੀ ਦੀ ਮਸ਼ਹੂਰੀਆਂ ਹੋਰ ਥਾਂ ਤੇ ਕਰ ਰਹੇ ਹੋ। ਸੋ ਇਸ ਤੋਂ ਜ਼ਿਆਦਾ ਤਾਂ ਆਪਣੇ ਆਪ ਦੇ ਵਿੱਚ ਲਾਹਨਤ ਦੀ ਗੱਲ ਹੋਣੀ ਨਹੀਂ ਚਾਹੀਦੀ ਉਸ ਪਾਰਟੀ ਲਈ ਜੋ ਕਿ ਆਪਣੇ ਆਪ ਨੂੰ ਆਮ ਹੋਣ ਦਾ ਦਾਅਵਾ ਕਰਦੀ ਪਈ ਹੈ। ਸੋ ਜਿੱਥੇ ਤੱਕ ਤੁਹਾਡੇ ਸਵਾਲ ਦੀ ਗੱਲ ਹੈ, ਇਹ ਗੱਲ ਠੀਕ ਹੈ ਕਿ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀ ਪਰਸੈਪਸ਼ਨ, ਦੇਖੋ ਸਰਕਾਰ ਜਿੱਥੇ ਠੀਕ ਹੈ, ਮੁੱਖ ਮੰਤਰੀ ਜਿੱਥੇ ਠੀਕ ਹੈ, ਉਹਨਾਂ ਨੇ ਜੇ ਸਹੀ ਸਟੈਂਡ ਲਿਆ ਤਾਂ ਅਸੀਂ ਉਹਨਾਂ ਦੀ ਗੱਲ ਉਹਨਾਂ ਦੇ ਫੈਸਲੇ ਦੀ ਪ੍ਰੌੜਤਾ ਕਰਦੇ ਹਾਂ। ਅਸੀਂ ਮੰਨਦੇ ਹਾਂ ਵੀ ਉਹ ਫੈਸਲੇ ਠੀਕ ਹੋਣਗੇ। ਮਨਮਾਨੀ ਅਫਸਰਸ਼ਾਹਾਂ ਦੇ ਖਿਲਾਫ ਤੁਸੀਂ ਫੈਸਲੇ ਲਓ, ਲੇਕਿਨ ਜੇ ਤੁਸੀਂ ਆਪਣੀ ਪਾਰਟੀ ਦੇ ਦਬਾਅ ਹੇਠ, ਤੇ ਇਹ ਵੀ ਫੈਕਟ ਹੈ ਕਿ ਪੰਜਾਬ ਦੇ ਵਿੱਚ ਇੱਕ ਐਡਵਾਈਜ਼ਰੀ ਕਮੇਟੀ ਬਣੀ ਹੋਈ ਹੈ, ਰਾਘਵ ਚੱਡੇ ਵਰਗੇ ਐਲੀਮੈਂਟ ਇੱਥੋਂ ਲਿਆ ਕੇ ਬਿਠਾਏ ਗਏ ਨੇ, ਪੈਰਾ ਡ੍ਰੌਪ ਕਰਕੇ ਇੱਥੇ ਬਿਠਾਏ ਗਏ ਨੇ ਤਾਂ ਕਿ ਸਰਕਾਰ ਦੀ ਹਰ ਐਕਸ਼ਨ ਦੇ ਉੱਤੇ, ਸਰਕਾਰ ਦੇ ਹਰ ਕੰਮਕਾਜ ਦੇ ਵਿੱਚ ਉਹ ਇੰਟਰਫੇਅਰ ਕਰਨ। ਪੰਜਾਬ ਦਾ ਇਸ ਗਲਬੇ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ। ਆਸਾਂ ਇਹ ਕੀਤੀਆਂ ਜਾ ਰਹੀਆਂ ਨੇ ਵੀ ਭਗਵੰਤ ਮਾਨ ਖੁਦ ਇੱਕ ਆਜ਼ਾਦ ਮੁੱਖ ਮੰਤਰੀ ਦੇ ਤੌਰ ਤੇ ਫੈਸਲਾ ਲੈ ਸਕਣ। ਪਿਛਲੇ ਕੁਝ ਫੈਸਲਿਆਂ ਦੇ ਵਿੱਚ ਇਹ ਚੀਜ਼ ਨਜ਼ਰ ਵੀ ਆਈ ਹੈ, ਲੇਕਿਨ ਲੈ ਦੇ ਕੇ ਮੁੱਦਾ ਇਹੀ ਹੈ ਕਿ ਫੰਡਿੰਗ ਸਰਕਾਰ ਕੋਲ ਹੈਗੀ ਹੈ, ਪੰਜਾਬ ਕੋਲ ਫੰਡਸ ਹੈਗੇ ਨੇ। ਫੰਡਸ ਬਹੁਤ ਸਾਰੇ ਅਫਸਰ ਜਿਹੜੇ ਹੈ ਉਹ ਉਹਨਾਂ ਨੇ ਇਤਰਾਜ਼ ਜਤਾਇਆ ਵੀ ਅਸੀਂ ਕਿਸੇ ਥਰਡ ਬੰਦੇ ਕੋਲੇ ਜਾ ਕੇ ਫਾਈਲਾਂ ਨਹੀਂ ਦਿਖਾਵਾਂਗੇ। ਬਹੁਤ ਸਾਰੇ ਇਹੋ ਜਿਹੇ ਅਫਸਰ ਹੈ ਜਿਨ੍ਹਾਂ ਦੇ ਤਬਾਦਲੇ ਇਸ ਕਰਕੇ ਹੋਏ ਵੀ ਉਹ ਜਿਹੜੇ ਦਿੱਲੀ ਤੋਂ ਭੇਜੇ ਗਏ ਨੇ ਵੀ ਉਹਨਾਂ ਨੂੰ ਅਸੀਂ ਫਾਈਲਾਂ ਨਹੀਂ ਦਿਖਾਵਾਂਗੇ। ਬਿਲਕੁਲ ਇਹ ਚੀਜ਼ ਪੋਸੀਬਲ ਹੋ ਸਕਦੀ ਹੈ ਅੰਦਰ ਖਾਤੇ, ਕਿਉਂਕਿ ਬਿਊਰੋਕ੍ਰੇਸੀ ਹੈ। ਅਫਸਰਾਂ ਨੇ ਵੀ ਉਸ ਲੈਵਲ ਤੱਕ ਹੀ ਜਾਣਾ ਹੁੰਦਾ ਹੈ। ਉਹ ਪੋਲੀਟੀਸ਼ੀਅਨ ਨਹੀਂ ਹੈਗੇ ਨੇ ਵੀ ਕਿਸੇ ਲੈਵਲ ਤੇ ਜਾ ਕੇ ਪਬਲਿਕਲੀ ਆ ਕੇ ਆਪਣੇ ਗੁੱਸੇ ਜਾਂ ਆਪਣਾ ਜਿਹੜਾ ਉਹਨਾਂ ਦੀ ਫਰਸਟ੍ਰੇਸ਼ਨ ਕਹਿ ਲਓ ਜਾਂ ਉਹਨਾਂ ਦਾ ਜਿਹੜਾ ਰੇੜਕਾ ਹੈ ਉਸ ਨੂੰ ਜੱਗ ਜ਼ਾਹਰ ਕਰਦੇ ਫਿਰਨ। ਸੋ ਅਖਬਾਰਾਂ ਦੇ ਵਿੱਚ ਇਸ ਤਰੀਕੇ ਦੀਆਂ ਖਬਰਾਂ ਗੱਲਾਂ ਬਾਤਾਂ ਆ ਜਾਂਦੀਆਂ ਨੇ, ਲੀਕਸ ਦੇ ਜ਼ਰੀਏ ਆ ਜਾਂਦੀਆਂ ਨੇ, ਲੇਕਿਨ ਫੈਕਚੁਅਲ ਗੱਲਾਂ ਬਾਤਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਔਨ ਰਿਕਾਰਡ ਤੇ ਨਹੀਂ ਕਿਹਾ ਜਾ ਸਕਦਾ। ਲੇਕਿਨ ਅਫਸਰਾਂ ਲਈ ਇੱਕ ਬੜੀ ਵੱਡੀ ਦੁਵਿਧਾ ਹੋ ਜਾਂਦੀ ਹੈ। ਬਾਈ ਐਂਡ ਲਾਰਜ ਬਿਊਰੋਕ੍ਰੇਸੀ ਦਾ ਜਿਹੜਾ ਕੋਡ ਹੈ ਉਹ ਬੜਾ ਕਲੀਅਰ ਹੁੰਦਾ ਹੈ। ਬਿਊਰੋਕਰੈਟ ਜਿਹੜਾ ਹੁੰਦਾ ਉਹ ਬਹੁਤ ਸਪਸ਼ਟ ਹੁੰਦਾ ਆਪਣੀ ਅਪਰੋਚ ਦੇ ਵਿੱਚ, ਤੇ ਉਹਨਾਂ ਨੂੰ ਪਤਾ ਹੁੰਦਾ ਵੀ ਕਿਹੜਾ ਕੰਮ ਉਹਨਾਂ ਨੇ ਕਰਨਾ ਤੇ ਕਿਹੜਾ ਕੰਮ ਉਹਨਾਂ ਨੇ ਨਹੀਂ ਕਰਨਾ। ਇਹਦੇ ਲਈ ਕੋਈ ਪੋਲੀਟੀਕਲ ਲੀਡਰਸ਼ਿਪ ਉਹਨਾਂ ਦੀ ਬਾਹ ਮਰੋੜ ਕੇ ਕੰਮ ਕਰਾ ਨਹੀਂ ਸਕਦੀ ਹੈ। ਤੇ ਇਹੀ ਕਾਰਨ ਹੈ ਕਿ ਜੇ ਅਫਸਰਾਂ ਤੋਂ ਕੰਮ ਨਹੀਂ ਕਰਾਇਆ ਜਾ ਪਾ ਰਿਹਾ, ਫਿਰ ਉਹਨਾਂ ਅਫਸਰਾਂ ਦੀ ਭਾਲ ਸ਼ੁਰੂ ਹੋ ਜਾਂਦੀ ਹੈ ਜਿਹੜੇ ਕਿ ਲਚੀਲੇ ਹੁੰਦੇ ਨੇ, ਜਿਹੜੇ ਕਿ ਤੁਹਾਡੇ ਇਸ਼ਾਰੇ ਦੇ ਉੱਤੇ ਕੁਝ ਵੀ ਕਰ ਦਿੰਦੇ। ਜਿਵੇਂ ਮੈਨੂੰ ਲੱਗਦਾ ਜੇ ਤੁਸੀਂ ਜਿਹੜਾ ਬਿਆਨ ਕੋਟ ਕੀਤਾ ਹੈ, ਇਹ ਉਸ ਲਚੀਲੇਪਨ ਦਾ ਨਤੀਜਾ ਹੈ ਕਿ ਇੱਕ ਸਟੇਟ ਦਾ ਟੌਪ ਬਿਊਰੋਕਰੇਟ ਇਹ ਕਹਿ ਰਿਹਾ ਹੈ ਕਿ ਕ੍ਰਿਟੀਕਲ ਸਟੇਜ ਦੇ ਉੱਤੇ ਆਏ ਹੋਏ ਪੰਜਾਬ ਦੀ ਇਕਨੋਮੀ ਦੇ ਚੱਲਦਿਆਂ ਤੁਸੀਂ ਇਸ ਤਰੀਕੇ ਦੀ ਫਜ਼ੂਲ ਖਰਚੀ ਹੋਰ ਰਾਜਾਂ ਦੇ ਵਿੱਚ ਇਸ਼ਤਿਹਾਰਬਾਜ਼ੀ ਵਿੱਚ ਕਰੋ। ਸੋ ਇੰਜ ਲੱਗਦਾ ਕਿ ਉਹ ਚੀਫ ਸਕੱਤਰ ਪੰਜਾਬ ਦੇ ਨਹੀਂ ਬਲਕਿ ਉਹ ਆਮ ਆਦਮੀ ਪਾਰਟੀ ਦੇ ਚੀਫ ਸਕੱਤਰ ਉਹਨਾਂ ਨੂੰ ਹੋਣਾ ਚਾਹੀਦਾ ਹੈ, ਜਾਂ ਫਿਰ ਪੋਸਟ ਰਿਟਾਇਰਮੈਂਟ ਉਹਨਾਂ ਨੂੰ ਕੋਈ ਨਾ ਕੋਈ ਅਹੁਦਾ ਪਾਰਟੀ ਦੇ ਵਿੱਚ ਦੇ ਦਿੱਤਾ ਜਾਵੇ। ਸੋ ਇਸ ਤਰੀਕੇ ਦੀ ਜਿਹੜੀ ਗੱਲਬਾਤ ਹੈ ਉਹ ਤਾਂ ਢੁਕਵੀਂ ਨਹੀਂ ਬਣਦੀ ਹੈ, ਕਿਉਂਕਿ ਇਹਨਾਂ ਦੀ ਜ਼ਿੰਮੇਵਾਰੀ ਹੈ। ਇਹ ਅਫਸਰ ਵੀ ਡਿਊਟੀ ਬਾਉਂਡ ਹੈਗੇ ਨੇ ਕਿ ਪੰਜਾਬ ਦੇ ਖਜ਼ਾਨੇ ਦੀ ਜਿਹੜੀ ਉਸ ਦੀ ਜਿਹੜੀ ਕਿਫਾਇਤ ਹੈ ਉਸ ਨੂੰ ਬਚਾ ਕੇ ਰੱਖਣਾ ਇਹਨਾਂ ਦੀ ਜ਼ਿੰਮੇਵਾਰੀ ਹੈ। ਇਹਦੇ ਲਈ ਕੋਈ ਇਹਨਾਂ ਨੂੰ ਵੱਖਰਾ ਇਨਾਮ ਦੇਣ ਦੀ ਲੋੜ ਨਹੀਂ ਹੈਗੀ, ਲੇਕਿਨ ਉਲਟਾ ਜੇ ਇਹਨਾਂ ਦੀ ਆਪਣੀ ਅਪਰੋਚ ਇਹੋ ਜਿਹੀ ਰਹੇਗੀ, ਤੇ ਮੈਂ ਉਹੀ ਕਿਹਾ ਕਿ ਪੰਜਾਬ ਦੇ ਵਿੱਚ ਇਹ ਇਕੱਲੀ ਇਹੀ ਸਰਕਾਰ ਨਹੀਂ ਹੈ ਤੇ ਇਹੀ ਬਿਊਰੋਕਰੇਟ ਨਹੀਂ ਹੈ। ਇਸ ਤੋਂ ਪਹਿਲਾਂ ਵੀ ਲਚੀਲੇ ਬਿਊਰੋਕਰੇਟਸ ਤੇ ਲਚੀਲੇ ਅਫਸਰਸ਼ਾਹ, ਲਚੀਲੇ ਪੁਲਿਸ ਅਫਸਰਾਂ ਦੀ ਇੱਕ ਬੜੀ ਵੱਡੀ ਲੈਗੇਸੀ ਹੈ ਪੰਜਾਬ ਦੇ ਵਿੱਚ, ਜਿਸ ਨੇ ਪੰਜਾਬ ਦਾ ਬਹੁਤ ਵੱਡਾ ਪੱਠਾ ਬਿਠਾਇਆ ਹੈ। ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੋਇਆ ਹੈ ਬਿਕੋਜ਼ ਇਹੋ ਜਿਹੇ ਲਚੀਲੇ ਅਫਸਰ, ਇਹੋ ਜਿਹੇ ਫੇਵਰੇਟ ਬਲੂ ਆਈਡ ਬॉयਜ਼ ਜਿਹਨੂੰ ਕਹਿੰਦੇ ਨੇ, ਉਹ ਅਫਸਰਾਂ ਨੂੰ ਸਰਕਾਰਾਂ ਨੇ ਲਾਇਆ ਤੇ ਉਸ ਤੋਂ ਬਾਅਦ ਨਾ ਤਾਂ ਫਿਰ ਸਰਕਾਰਾਂ ਦੀ ਕਾਰਗੁਜ਼ਾਰੀ ਉੱਤੇ ਕਿਸੇ ਨੇ ਕਿੰਤੂ ਪਰੰਤੂ ਕੀਤੀ ਤੇ ਅਫਸਰ ਹਾਮੀ ਭਰਦੇ ਗਏ ਤੇ ਪੰਜਾਬ ਦਾ ਨੁਕਸਾਨ ਹੁੰਦਾ ਗਿਆ। ਤਾਂ ਕੋਈ ਰੋਕਣ ਵਾਲਾ ਨਹੀਂ ਸੀ। ਅੱਜ ਜੇ ਕੋਈ ਅਫਸਰ ਹੈਗੇ ਨੇ ਜਿਹੜੇ ਕਿ ਇਤਰਾਜ਼ ਕਰ ਰਹੇ ਨੇ, ਆਬਜੈਕਟ ਕਰ ਰਹੇ ਨੇ, ਵੈਲਿਡਲੀ ਕਰ ਰਹੇ ਨੇ, ਤਾਂ ਮੈਨੂੰ ਲੱਗਦਾ ਵੀ ਉਹ ਅਫਸਰ, ਬਾਕੀ ਹੁਣ ਇਹ ਵੀ ਨਹੀਂ ਪਤਾ ਹੁਣ ਅਜੇ ਕੁਮਾਰ ਸ਼ਰਮਾ ਦੇ ਖਿਲਾਫ ਜਿਹੜੀ ਇਨਕੁਆਇਰੀ ਦੀ ਗੱਲ ਕੀਤੀ ਜਾ ਰਹੀ ਹੈ ਉਹ ਕਿਉਂ ਕੀਤੀ ਜਾ ਰਹੀ ਹੈ। ਉਹ ਇਨਕੁਆਇਰੀ ਦੇ ਪਿੱਛੇ ਕੀ ਕੋਈ ਅਜਿਹਾ ਸਕੈਂਡਲ ਹੈ, ਘੁਟਾਲਾ ਹੈ, ਕੋਈ ਟੈਂਡਰਾਂ ਦੀ ਵੰਡ ਨੂੰ ਲੈ ਕੇ ਕੋਈ ਗੱਲਬਾਤ ਹੈ, ਉਹ ਤਾਂ ਜਦੋਂ ਇਨਕੁਆਇਰੀ ਹੋਏਗੀ ਤਾਂ ਹੀ ਸਾਹਮਣੇ ਆਏਗਾ। ਲੇਕਿਨ ਪ੍ਰਾਈਮਾ ਫੇਸਾਈ ਜੇ ਤੁਸੀਂ ਅੱਜ ਕਹਿ ਰਹੇ ਹੋ ਕਿ 10 ਕਰੋੜ ਰੁਪਏ ਦੇ ਮੁਹੱਲਾ ਕਲੀਨਿਕਾਂ ਉੱਤੇ ਤੁਸੀਂ 30 ਕਰੋੜ ਰੁਪਏ ਇਸ਼ਤਿਹਾਰਾਂ ਉੱਤੇ ਖਰਚ ਕਰਨਾ ਹੈ, ਦੈਟ ਇਜ਼ ਵੈਰੀ ਅਨਫੋਰਚੂਨੇਟ। ਜੀ,
ਇੱਕ ਸਵਾਲ ਮੈਂ ਹੋਰ ਲੈ, ਵੈਸੇ ਮੈਂ ਸਮਾਪਤ ਕਰਨ ਲੱਗਿਆ ਪਰ ਇੱਕ ਸਵਾਲ ਮੇਰੇ ਮਨ ਚ ਆ ਰਿਹਾ, ਮੈਂ ਲਈ ਲੈਣਾ। ਜੋ ਗੱਲ ਰਿਤੇਸ਼ ਜੀ ਦੇਖਣ ਨੂੰ ਮਿਲ ਰਹੀ ਹੈਗੀ ਆ ਵੀ ਬਹੁਤ ਸਾਰਾ ਗੱਲ ਵਿਵਾਦ ਇਸ ਗੱਲ ਦੇ ਉੱਤੇ ਵੀ ਤੁਸੀਂ ਪਬਲਿਕ ਰਿਲੇਸ਼ਨਸ ਆਫਿਸ ਦੇ ਰਾਹੀਂ ਕਿਉਂ ਨਹੀਂ ਇਸ਼ਤਿਹਾਰਬਾਜ਼ੀ ਕਰ ਰਹੇ ਸ਼ੁਰੂ? ਤੁਸੀਂ ਵੱਖ-ਵੱਖ ਮਹਿਕਮੇ ਜਿਹੜੇ ਪ੍ਰਚਾਰ ਫੰਡ ਕੋਈ ਪਾਰਟਿਕੂਲਰ ਸਕੀਮ ਵਾਸਤੇ ਹੈ ਜਾਂ ਪੰਜਾਬ ਦੇ ਪ੍ਰਚਾਰ ਵਾਸਤੇ ਆ, ਉਹ ਫੰਡ ਨੂੰ ਕਿਉਂ ਯੂਟਿਲਾਈਜ਼ ਕੀਤਾ ਜਾ ਰਿਹਾ? ਬਿਲਕੁਲ ਬਿਲਕੁਲ ਇਹ ਵੈਲਿਡ ਹੈ। ਮੈਂ ਤੁਹਾਨੂੰ ਦੱਸਦਾ, ਜਿਹੜਾ ਆਡਿਟ ਹੁੰਦਾ ਹੈ ਨਾ ਸਰਕਾਰ ਦੇ ਵਿੱਚ ਪਬਲਿਕ ਫੰਡਸ ਦੀ, ਪਬਲਿਕ ਜਿਹੜਾ ਐਕਸਚੇਕਰ ਦਾ ਖਰਚਾ ਹੁੰਦਾ ਹੈ, ਉਹਦੇ ਆਡਿਟ ਦੇ 2-3 ਪੈਰਾਮੀਟਰਸ ਹੁੰਦੇ ਨੇ। ਮਿਸਾਲ ਦੇ ਤੌਰ ਤੇ 1 ਲੱਖ ਰੁਪਏ ਦਾ ਖਰਚਾ ਸਰਕਾਰ ਨੇ ਕਰਨਾ ਹੈ, ਸੋ ਉਹ ਪਹਿਲੀ ਗੱਲ ਤਾਂ ਉਹ ਖਰਚਾ 1 ਲੱਖ ਰੁਪਏ ਦਾ ਕੀਤਾ ਜਾਣਾ ਹੈ, ਕਿਸ ਕੰਮ ਲਈ ਕੀਤਾ ਜਾਣਾ ਹੈ, ਕਿਹੜੀ ਅਥਾਰਟੀ ਨੇ ਉਸ ਨੂੰ ਕਰਨਾ ਹੈ, ਯਾਨੀ ਕਿ ਕਿਹੜਾ ਵਿਭਾਗ ਉਸ ਖਰਚੇ ਨੂੰ ਕਰੇਗਾ, ਤੇ ਕੀ ਉਹ 1 ਲੱਖ ਰੁਪਏ ਦਾ ਖਰਚਾ ਉਸੇ ਕੰਮ ਲਈ ਉਸੇ ਥਾਂ ਤੇ ਵਰਤਿਆ ਜਾ ਰਿਹਾ ਹੈ। ਇਹ ਚੀਜ਼ਾਂ ਬਾਅਦ ਦੇ ਵਿੱਚ ਆਡਿਟ ਦੇ ਵਿੱਚ ਆਉਂਦੀਆਂ ਨੇ। ਹੁਣ ਜੇ ਤੁਸੀਂ ਸਿਹਤ ਮਹਿਕਮੇ ਨੂੰ, ਜਿਸ ਦੇ ਫੰਡਾਂ ਨੂੰ ਇਸਤੇਮਾਲ ਕਰਨ ਦੀ ਗੱਲਬਾਤ ਕੀਤੀ ਜਾ ਰਹੀ ਹੈ, ਹੁਣ ਇੱਥੇ ਇਤਰਾਜ਼ ਇਹ ਜ਼ਰੂਰ ਹੋਇਆ ਹੋਏਗਾ ਕਿ ਜੇ ਸਿਹਤ ਮਹਿਕਮੇ ਦੇ ਜਿਹੜੇ ਫੰਡ ਨੇ ਉਹ ਫੰਡ ਇਸ਼ਤਿਹਾਰਬਾਜ਼ੀ ਲਈ ਨਹੀਂ ਨੇ, ਇਸ਼ਤਿਹਾਰਬਾਜ਼ੀ ਲਈ ਵੱਖਰੇ ਫੰਡ ਹੋਣ। ਹਾਲਾਂਕਿ ਮਹਿਕਮੇ ਆਪਣੇ ਫੰਡਾਂ ਦੇ ਵਿੱਚੋਂ ਵੀ ਕਰਦੇ ਨੇ ਖਰਚਾ, ਲੇਕਿਨ ਅਨੁਪਾਤ ਦੀ ਗੱਲ ਹੈ ਵੀ ਤੁਸੀਂ 10 ਕਰੋੜ ਰੁਪਏ ਪਿੱਛੇ 1 ਕਰੋੜ ਦਾ ਤਾਂ ਖਰਚਾ ਚਲੋ ਸਮਝ ਵਿੱਚ ਆਉਂਦਾ ਹੈ, ਲੇਕਿਨ 10 ਕਰੋੜ ਪਿੱਛੇ ਤੁਸੀਂ 3 ਗੁਣਾ ਖਰਚਾ ਕਿਵੇਂ ਕਰ ਦੋਗੇ? ਸੋ ਉੱਥੇ ਇੱਕ ਤਾਂ ਤੁਹਾਡੀ ਪ੍ਰਪੋਰਸ਼ਨ ਗੜਬੜਾ ਚੁੱਕੀ ਹੈ, ਤੁਸੀਂ ਬਹੁਤ ਜ਼ਿਆਦਾ ਖਰਚਾ ਕਰ ਰਹੇ ਹੋ। ਤੁਸੀਂ ਉਸ ਮਹਿਕਮੇ ਚੋਂ ਖਰਚਾ ਕਰ ਰਹੇ ਹੋ ਜਿਸ ਦੇ 30 ਕਰੋੜ ਰੁਪਇਆ ਤੁਸੀਂ ਪੰਜਾਬ ਦੀਆਂ ਸਿਹਤ ਸੇਵਾਵਾਂ ਤੇ ਅਜਿਹੇ 2000 ਹੋਰ ਮੁਹੱਲਾ ਕਲੀਨਿਕ, ਮੈਂ ਚਲੋ ਮੁਹੱਲਾ ਕਲੀਨਿਕ ਨੂੰ ਠੀਕ ਮੰਨ ਲੈਂਦਾ, ਤੁਸੀਂ 2000 ਹੋਰ ਮੁਹੱਲਾ ਕਲੀਨਿਕਾਂ ਉੱਤੇ ਲਾ ਸਕਦੇ ਸੀ। ਪੰਜਾਬ ਦੇ 12.5 ਪੌਣੇ 13,000 ਪਿੰਡ ਨੇ, ਤੇ ਕਲਸਟਰਾਂ ਦੇ ਪਿੰਡਾਂ ਦੇ ਹਿਸਾਬ ਨਾਲ ਤੁਹਾਨੂੰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੁਹੱਲਾ ਕਲੀਨਿਕ ਚਾਹੀਦੇ ਨੇ। ਚਾਹੇ ਮਾਡਲ ਸਹੀ ਹੈ ਜਾਂ ਨਹੀਂ ਹੈ, ਉਹ ਗਲਤ ਹੈ, ਉਹ ਇੱਕ ਵੱਖਰਾ ਹੀ ਵਿਸ਼ਾ ਹੈ। ਲੇਕਿਨ ਜੇ ਤੁਸੀਂ 30 ਕਰੋੜ ਰੁਪਏ ਲਾਣਾ ਸੀ ਤਾਂ ਕਿਸੇ ਹੋਰ ਚੀਜ਼ ਉੱਤੇ ਲਾਇਆ ਜਾਂਦਾ। ਇਸ ਇਸ਼ਤਿਹਾਰਬਾਜ਼ੀ ਦਾ ਕੀ ਲੌਜਿਕ ਹੈ ਤੇ ਇਸ਼ਤਿਹਾਰਬਾਜ਼ੀ ਦਾ ਅਨੁਪਾਤ ਕੀ ਹੈ? ਫਿਰ ਸਵਾਲ ਇਹ ਵੀ ਤਾਂ ਉੱਠਦੇ ਨੇ ਨਾ ਕਿ ਤੁਸੀਂ ਮੀਡੀਆ ਨੂੰ ਆਪਣੇ ਹੱਥ ਵਿੱਚ ਤੇ ਆਪਣੀ ਝੋਲੀ ਵਿੱਚ ਬਿਠਾਇਆ ਹੋਇਆ ਹੈ। ਤੁਸੀਂ ਵੱਡੇ ਗੱਫੇ ਦੇ ਕੇ ਅੱਜ ਇਹ ਚਰਚਾਵਾਂ ਸਾਡੇ ਵਰਗੇ ਚੈਨਲਾਂ ਨੂੰ ਕਰਨੀਆਂ ਪੈ ਰਹੀਆਂ ਨੇ। ਬਹੁਤ ਸੇ ਪੰਜਾਬ ਦੇ ਚੈਨਲ ਨੇ ਜੋ ਕਿ ਚਰਚਾ ਨਹੀਂ ਕਰਨਗੇ, ਤੇ ਉਹੀ ਜਿਹੜੇ 30 ਕਰੋੜ ਰੁਪਏ ਚੋਂ ਜਿਹੜੇ ਇਸ਼ਤਿਹਾਰ ਵੰਡੇ ਜਾਣੇ ਨੇ, ਉਹਨਾਂ ਦਾ ਇੱਕ ਬੜਾ ਵੱਡਾ ਹਿੱਸਾ ਉਹ ਚੈਨਲਾਂ ਨੂੰ ਇੱਥੇ ਦਿੱਤਾ ਜਾਂਦਾ ਹੈ। ਉਹਦਾ ਵੀ ਕੋਈ ਅਨੁਪਾਤ ਨਹੀਂ ਵੀ ਕਿਹੜੇ ਚੈਨਲ ਨੂੰ ਕਿਹੜੇ ਅਖਬਾਰ ਨੂੰ ਕਿੰਨਾ ਪੈਸਾ ਦਿੱਤਾ ਜਾ ਰਿਹਾ ਹੈ ਮੂੰਹ ਬੰਦ ਰੱਖਣ ਲਈ। ਸੋ ਇਸ ਉੱਤੇ ਵੀ ਇਤਰਾਜ਼ ਉੱਠਦੇ ਰਹੇ ਹੈਗੇ ਨੇ। ਤੇ ਜੇ ਕੋਈ ਆਪਣੇ ਹਿਸਾਬ ਨਾਲ ਚੱਲਣ ਦੀ ਕੋਸ਼ਿਸ਼ ਕਰਦਾ ਤਾਂ ਉਹਦੇ ਪੂਰੇ ਦੇ ਪੂਰੇ ਇਸ਼ਤਿਹਾਰ ਰੋਕਦੇ ਰਹਿੰਦੇ ਨੇ। ਪਿੱਛੇ ਆਪਾਂ ਵੇਖਿਆ ਵਿਰੋਧੀ ਪਾਰਟੀਆਂ ਤੱਕ ਨੇ ਰੌਲਾ ਪਾਉਣਾ ਪਿਆ ਕਿ ਤੁਸੀਂ ਕਈ ਅਖਬਾਰਾਂ ਦੇ, ਕਈ ਚੈਨਲਾਂ ਦੇ ਇਸ਼ਤਿਹਾਰ ਕਿਉਂ ਰੋਕੇ ਨੇ, ਕਿਉਂਕਿ ਉਹਨਾਂ ਨੇ ਤੁਹਾਡੇ ਹਿਸਾਬ ਨਾਲ ਖਬਰਾਂ ਨਹੀਂ ਲਾਈਆਂ, ਤੁਸੀਂ ਉਹਨਾਂ ਦੇ ਜਿਹੜੇ ਇਸ਼ਤਿਹਾਰਬਾਜ਼ੀ ਰੋਕਤੀ। ਸੋ ਇੱਥੇ ਜਿਹੜਾ ਆਡਿਟ ਦੇ ਪ੍ਰਿੰਸੀਪਲਸ ਹੈ ਉਹਦੇ ਵਿੱਚ ਪਰਪਸ, ਅਮਾਉਂਟ, ਕਿੰਨਾ ਅਮਾਉਂਟ, ਪਰਪਸ ਕਿਸ ਲਈ ਤੇ ਕਿਹੜੀ ਅਥਾਰਟੀ ਵੱਲੋਂ, ਸੋ ਉਹਦੇ ਵਿੱਚ ਬਹੁਤ ਬੇਨਿਯਮੀਆਂ ਜਿਹੜੀਆਂ ਹੈਗੀਆਂ ਉਹ ਹੁਣ ਵੇਖਣ ਨੂੰ ਮਿਲ ਰਹੀਆਂ ਨੇ। ਸੋ ਪ੍ਰੋਬੇਬਲੀ ਹੈਲਥ ਮਹਿਕਮਾ ਇਸ ਤਰੀਕੇ ਦੀ ਫੰਡਿੰਗ ਜਾਂ ਐਡੀ ਵੱਡੀ ਗਿਣਤੀ ਦਾ ਜਿਹੜਾ ਫੰਡ ਹੈ ਉਸ ਨੂੰ ਉਸ ਪਰਪਸ ਲਈ ਨਹੀਂ ਵਰਤ ਸਕਦਾ। ਇਹ ਸਾਰੀਆਂ ਚੀਜ਼ਾਂ ਤੁਸੀਂ ਦੇਖ ਲਿਓ ਆਡਿਟ ਦੇ ਵਿੱਚ ਉੱਠਣਗੀਆਂ, ਜਿਨ੍ਹਾਂ ਨੇ ਖਰਚਿਆਂ ਦੇ ਨਾਲ ਅੱਗੇ ਵਧੇ, ਜਿਨ੍ਹਾਂ ਨੇ ਖਰਚੇ ਕੀਤੇ। ਸੋ they shall have to be accountable for that। ਬਹੁਤ ਬਹੁਤ ਧੰਨਵਾਦ ਰਿਤੇਸ਼ ਜੀ, ਇਹ ਸਾਰੇ ਮੁੱਦੇ ਤੇ ਚਾਨਣ ਪਾਉਣ ਵਾਸਤੇ, ਐਡਰੈਸ ਕਰਨ ਵਾਸਤੇ ਵੀ ਕੀ ਬਰੀਕੀਆਂ ਨੇ ਜਿਸ ਦੇ ਕਾਰਨ ਜਿਹੜੇ ਹੈ ਅਫਸਰ ਸਾਈਨ ਨਹੀਂ ਕਰ ਰਹੇ ਹੈਗੇ ਡਾਟਡ ਲਾਈਨਸ ਦੇ ਉੱਤੇ, ਤੇ ਸਰਕਾਰ ਦੀ ਲਾਈਨ ਨਹੀਂ ਟੋ ਕਰ ਰਹੇ।